ਅਸੀਂ ਲਗਭਗ 200 ਟਨ ਦੇ ਕਰੀਬ ਸੀਡ ਐਕਸਪੋਰਟ ਕਰਦੇ ਹਾਂ ਯੂਐਸ ਕੰਟਰੀਜ਼ ਨੂੰ ਤੇ ਯੂਰੋਪੀਅਨ ਕੰਟਰੀਜ਼ ਨੂੰ ਤੇ ਮਿਡਲ ਈਸਟ ਕੰਟਰੀਜ਼ ਨੂੰ ਸੀਡ ਜਾਂਦਾ। ਇਨਕਮ ਜਿਹੜੀ ਹੈ ਕਣਕ ਦੇ ਮੁਕਾਬਲੇ 3 ਗੁਣਾ ਮਿਲ ਰਹੀ ਹੈ। ਕਣਕ 20-22 ਕੁਇੰਟਲ ਨਿਕਲਦੀ ਹੈ ਕਿੱਲੇ 'ਚੋਂ ਤੇ ਉਹ ਲਗਭਗ 40-44 ਹਜ਼ਾਰ ਦੀ ਹੁੰਦੀ ਹੈ, ਜਦ ਕਿ ਇਹ ਸਾਡੀ ਫਸਲ ਜਿਹੜੀ ਹੈ ਇਹ ਲਗਭਗ 1.25 ਲੱਖ ਤੋਂ 1.5 ਲੱਖ ਦੀ ਹੋ ਜਾਂਦੀ ਹੈ। ਅਸੀਂ 112 ਏਕੜ ਦੇ ਵਿੱਚ ਆਪਣੇ ਫਾਰਮ ਤੇ ਫੁੱਲ ਲਾਏ ਹੋਏ ਹਾਂ। ਲਗਭਗ 600 ਏਕੜ ਸਾਡਾ ਏਰੀਆ ਹੈ ਜਿਹੜਾ ਕੰਟਰੈਕਟ ਫਾਰਮਿੰਗ ਦੇ ਥੱਲੇ। ਸਾਨੂੰ ਇੰਡੀਆ ਦੇ ਸਾਰੇ ਅਵਾਰਡ ਜਿੰਨੇ ਹੋ ਸਕਦੇ ਸੀ ਐਗਰੀਕਲਚਰ ਉਹ ਸਾਰੇ ਮਿਲੇ ਹੋਏ। ਸਾਰੀਆਂ ਜਿਹੜੀਆਂ ਸਾਡੀਆਂ ਫਸਲਾਂ ਉਹ ਕਣਕ ਨਾਲੋਂ ਦੁੱਗਣੇ ਤਿੱਗਣੇ ਪੈਸੇ ਦੇ ਰਹੀਆਂ ਕਿਸਾਨਾਂ ਨੂੰ। ਅਸੀਂ ਪੜ੍ਹੇ ਆ ਨਾ, ਅਸੀਂ ਹਰ ਇੱਕ ਵਾਰ ਇਹ ਚੀਜ਼ ਪੜ੍ਹੀ ਹੈ ਵੀ ਕਿ ਐਗਰੀਕਲਚਰ ਇਨਕਮ ਲੋਕ ਜਿਹੜੇ ਵੱਡੀਆਂ ਏਅਰਟੈਲ ਵਰਗੀਆਂ ਹੋ ਗਈਆਂ, ਅਦਾਨੀ ਹੋ ਗਏ, ਸਾਰੇ ਤਾਂ ਦੇਖੋ ਐਗਰੀਕਲਚਰ ਵੱਲ ਨੂੰ ਭੱਜੇ ਜਾ ਰਹੇ ਆ। ਜਿਹੜੇ ਐਗਰੀਕਲਚਰ ਕਰ ਰਹੇ ਹੋ ਆਪਣੇ ਕੰਮ ਨੂੰ ਛੱਡੀ ਜਾ ਰਹੇ ਆ। ਜਿਹੜਾ ਹੁਣ ਇਹ ਸਿਸਟਮ ਹੈ ਫਲਾਵਰ ਪ੍ਰੋਡਿਊਸ ਕਰਨ ਦਾ, ਫਲਾਵਰ ਸੀਡ ਪ੍ਰੋਡਿਊਸ ਕਰਨ ਦਾ, ਇਹ ਪੰਜਾਬ ਦੇ ਵਿੱਚ ਬਹੁਤ ਸਕਸੈਸਫੁਲ ਹੋ ਸਕਦਾ। ਮਿਹਨਤ ਦਾ ਸਿਲਾ ਮਿਲਦਾ, ਮਿਹਨਤ ਦਾ ਸਿਲਾ ਕਣਕ ਨਾਲੋਂ 3 ਗੁਣਾ ਪੈਸੇ ਵੀ ਮਿਲਦੇ। ਅਸੀਂ ਪਨੀਰੀ ਜਾਂ ਬੀਜ ਜੋ ਵੀ ਲੱਗਣਾ ਉਹ ਫ੍ਰੀ ਆਫ ਕਾਸਟ ਦਾ, ਉਹ ਪਨੀਰੀ ਬੀਜ ਉਹਦੇ ਖੇਤ ਤੇ ਪਹੁੰਚਾ ਕੇ ਆਉਂਦੇ, ਨਾ ਕਿ ਉਹਨੂੰ ਸਿਰਫ ਦਿੰਦੇ ਆ। ਉਹ ਬੇਟਾ ਜਿਹੜਾ ਮੇਰਾ ਉਹ USA ਤੋਂ ਵਾਪਸ ਆ ਗਿਆ ਇੱਥੇ, ਤੇ ਉਹ ਹੁਣ ਸਾਡੇ ਕੋਲ ਇੱਥੇ ਸਾਡੇ ਨਾਲ ਹੈ। ਉਹ ਵੀ ਸਾਡਾ ਇਹ ਕੰਮ ਨੂੰ ਸੰਭਾਲਦਾ। ਇਹ ਹੁਣ MBA ਕਰਕੇ ਜਾਂ ਜੋ ਵੀ ਇਹਨੇ ਹੋਰ ਸਾਰਾ ਕੁਝ ਇੰਨਾ ਐਕਸਪੀਰੀਅੰਸ ਕੀਤਾ, ਇਹਨੇ ਇਕੱਲੇ ਨੇ ਇੱਥੇ ਹੀ ਕੰਮ ਕਰ ਰਿਹਾ। ਤਾਂ ਲਗਾਤਾਰ ਅਸੀਂ ਮੋਡੀਫਿਕੇਸ਼ਨ ਆਫ ਫਾਰਮਿੰਗ ਦੇ ਉੱਪਰ ਕੰਮ ਕਰ ਰਹੇ ਹਾਂ, ਜਿਸ ਦੇ ਵਿੱਚ ਕਣਕ ਝੋਨੇ ਦੇ ਗੇੜ 'ਚੋਂ ਕਿਸਾਨਾਂ ਨੂੰ, ਫਾਰਮਰਜ਼ ਨੂੰ ਕਿਵੇਂ ਕੱਢਿਆ ਜਾਵੇ। ਕਿਉਂਕਿ ਜੇ ਗੱਲ ਕਰੀਏ ਤਾਂ ਧਰਤੀ ਹੇਠਲਾ ਪਾਣੀ ਜਿਹੜਾ ਦਿਨੋਂ ਦਿਨ ਉਸਦਾ ਲੈਵਲ ਘਟਦਾ ਜਾ ਰਿਹਾ ਹੈਗਾ। ਤੇ ਅੱਜ ਤੁਹਾਨੂੰ ਲੈ ਕੇ ਆਏ ਹਾਂ ਅਸੀਂ ਬਾਇਓਕਾਰਬ ਸੀਡਸ ਦੇ ਫਾਰਮ ਤੇ। ਤਾਂ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਬਹੁਤ ਸਾਰੇ ਫਲਾਰ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ। ਇਹ 125 ਦੇ ਕਰੀਬ ਜਿਹੜਾ ਰਕਬਾ ਪੂਰਾ ਏਕੜ ਦਾ, ਉੱਥੇ ਇਹ ਫਲਾਰ ਜਿਹੜੇ ਆ ਲਗਾਏ ਗਏ ਨੇ। ਔਰ ਖਾਸ ਗੱਲ ਇਹ ਹੈ ਕਿ ਇੱਥੋਂ ਦੇ ਸੀਡਸ, ਇੱਥੋਂ ਫਲਾਰ ਜਿਹੜੇ ਬੀਜ ਨੇ ਉਹ ਓਵਰਸੀਜ਼ ਤੱਕ ਜਾਂਦੇ ਨੇ, ਉਹ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਜਾਂਦੇ ਨੇ, ਔਰ ਭਾਰਤ ਦੇ ਵਿੱਚ ਤਾਂ ਜਾਂਦੇ ਹੀ ਜਾਂਦੇ ਨੇ। ਤਾਂ ਦੱਸ ਦਈਏ ਕਿ ਤੁਹਾਨੂੰ ਇੱਥੇ ਡਾਕਟਰ ਅੱਲਾ ਰੰਗ ਹੋਣਾ ਦੇ ਅੱਜ ਫਾਰਮ ਦੇ ਉੱਤੇ ਅਸੀਂ ਆਏ ਹਾਂ। ਉਹ ਦਿਖਾਵਾਂ ਹੈ ਕਿ ਫਲਾਰ ਦੀ ਖੇਤੀ ਤੋਂ ਤੁਸੀਂ ਕਿੰਨਾ ਮੁਨਾਫਾ ਤੁਸੀਂ ਕਰ ਸਕਦੇ ਹੋ। ਦੇਖ ਸਕਦੇ ਹੋ 125 ਏਕੜ ਜ਼ਮੀਨ ਦੇ ਵਿੱਚ ਜਿਹੜਾ ਰਕਬੇ ਦੇ ਵਿੱਚ ਫੁੱਲਾਂ ਦੀ ਖੇਤੀ ਕਰੀ ਹੋਈ ਹੈ, ਔਰ ਇਹਨਾਂ ਦੇ ਬੀਜ ਜਿਹੜੇ ਨੇ ਓਵਰਸੀਜ਼ ਤੱਕ ਜਾਂਦੇ ਨੇ, ਬਾਹਰਲੀਆਂ ਕੰਟਰੀਜ਼ ਦੇ ਵਿੱਚ ਵੀ ਜਾਂਦੇ ਨੇ। ਤਾਂ ਕਾਫੀ ਵੈਰਾਈਟੀਜ਼ ਵੀ ਨੇ। ਤਾਂ ਤਮਾਮ ਇਹਨਾਂ ਗੱਲਾਂ ਦੇ ਉੱਪਰ ਚਰਚਾ ਕਰਾਂਗੇ ਅੱਜ ਡਾਕਟਰ ਅੱਲਾ ਰੰਗ ਹੋਣਾ ਦੇ ਨਾਲ, ਕਿਉਂਕਿ ਲੰਮੇ ਸਮੇਂ ਤੋਂ ਇਹ ਫੁੱਲਾਂ ਦੀ ਖੇਤੀ ਜਿਹੜੀ ਆ ਉਹ ਕਰਦੇ ਰਹੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਪਹਿਲਾਂ ਤਾਂ ਕਣਕ ਝੋਨੇ ਦਾ ਜਿਹੜਾ ਇੱਕ ਚੱਕਰ ਹੈ, ਤੁਹਾਨੂੰ ਲੱਗਦਾ ਹੈ ਕਿ ਕਣਕ ਝੋਨੇ ਦੀ ਖੇਤੀ ਤੋਂ ਨਿਕਲਣ ਦੇ ਲਈ ਜਿਹੜਾ ਕੋਈ ਹੋਰ ਸਬਸਟੀਟਿਊਟ ਇਸ ਦਾ ਕਿਹੜਾ ਬੈਨੀਫਿਟ ਜ਼ਿਆਦਾ ਹੋਣਾ ਚਾਹੀਦਾ? ਅਸੀਂ ਫੁੱਲਾਂ ਦੇ ਬੀਜ ਦੀ ਖੇਤੀ ਕਰ ਰਹੇ ਹਾਂ ਜੀ 1993 ਤੋਂ, ਆਪ ਵੀ ਕਰ ਰਹੇ ਹਾਂ ਤੇ ਕੰਟਰੈਕਟ ਫਾਰਮਿੰਗ ਦੇ ਤਹਿਤ ਅਸੀਂ ਕਿਸਾਨਾਂ ਤੋਂ ਵੀ ਖੇਤੀ ਕਰਵਾ ਰਹੇ ਹਾਂ। ਇਸ ਖੇਤੀ ਦੇ ਵਿੱਚ ਅਸੀਂ ਕਣਕ ਨੂੰ ਰਿਪਲੇਸ ਕਰਦੇ ਹਾਂ ਟੂ ਬਿਗਨ ਵਿਦ। ਮਤਲਬ ਸਾਡਾ ਜਿਹੜਾ ਹੁਣ ਜੋ ਅਸੀਂ ਕਰਦੇ ਹਾਂ ਉਹ ਕਣਕ ਦੀ ਥਾਂ ਅਸੀਂ ਇਹ ਫਸਲ ਲਾਉਂਦੇ ਹਾਂ। ਝੋਨਾ ਫੇਰ ਵੀ ਲੱਗਦਾ, ਪਰ ਝੋਨੇ ਦੀਆਂ ਫਸਲਾਂ ਫਿਰ ਜਿਹੜਾ ਕਿਸਾਨ ਹੈ ਉਹ ਅਗੇਤੀਆਂ ਫਸਲਾਂ ਲਾ ਲੈਂਦਾ, ਥੋੜ੍ਹੇ ਦਿਨਾਂ ਵਾਲੀਆਂ ਫਸਲਾਂ ਲਾ ਲੈਂਦਾ, ਤਾਂ ਕਿ ਉਹ ਅਕਤੂਬਰ ਦੇ ਮਹੀਨੇ 'ਚ ਹੀ ਫੁੱਲਾਂ ਦੀ ਫਸਲ ਲਾ ਲਵੇ। ਤਾਂ ਉਹਦੇ ਨਾਲ ਇੱਕ ਤਾਂ ਝੋਨਾ ਛੋਟੀ ਫਸਲ ਹੋ ਗਈ, ਛੋਟੀ 126 ਵਗੈਰਾ 1509 ਵਗੈਰਾ, ਅਤੇ ਉਹਨੂੰ ਪਾਣੀ ਬਚਾ ਲਿਆ ਉਹਨੇ। ਦੂਸਰੀ ਉਹ ਸਾਡੀ ਫਸਲ ਕਰਦਾ ਜਿਹੜੀ ਕਿ ਕਣਕ ਨੂੰ ਰਿਪਲੇਸ ਕਰਦੀ ਹੈ। ਹੁਣ ਕਣਕ 20-22 ਕੁਇੰਟਲ ਨਿਕਲਦੀ ਹੈ ਕਿੱਲੇ 'ਚੋਂ, ਅਤੇ ਉਹ ਲਗਭਗ 40-44 ਹਜ਼ਾਰ ਦੀ ਹੁੰਦੀ ਹੈ, ਜਦ ਕਿ ਇਹ ਸਾਡੀ ਫਸਲ ਜਿਹੜੀ ਹੈ ਇਹ ਲਗਭਗ 1.25 ਲੱਖ ਤੋਂ 1.5 ਲੱਖ ਦੀ ਹੋ ਜਾਂਦੀ ਹੈ। ਤੋ ਇਹ ਉਸ ਨਾਲੋਂ 3 ਗੁਣਾ ਜ਼ਿਆਦਾ ਪੈਸੇ ਦਿੰਦੀ ਹੈ। ਬਟ ਇਹ ਕਣਕ ਤੋਂ ਔਖੀ ਵੀ ਫਸਲ ਹੈ। ਇਹ ਕਣਕ ਨਾਲੋਂ ਕਰਨੀ ਔਖੀ ਹੈ, ਬਟ ਇਹ ਪੈਸੇ ਹੈ ਇਹਦੇ 'ਚ। ਸਾਡੇ ਨਾਲ ਲਗਭਗ 200 ਕਿਸਾਨ ਜੁੜੇ ਹੋਏ ਆ ਜਿਹੜੇ ਇਸ ਖੇਤੀ ਨੂੰ ਸਾਡੇ ਨਾਲ 1993 ਤੋਂ ਲੈ ਕੇ ਹੁਣ ਤੱਕ ਕਰ ਰਹੇ ਹਨ, ਅਤੇ ਉਹ ਖੁਸ਼ਹਾਲ ਹੋ ਚੁੱਕੇ ਆ, ਕਿਉਂਕਿ ਉਹਨਾਂ ਨੂੰ ਇਨਕਮ ਜਿਹੜੀ ਹੈ ਕਣਕ ਦੇ ਮੁਕਾਬਲੇ 3 ਗੁਣਾ ਮਿਲ ਰਹੀ ਹੈ। ਡਾਕਟਰ ਸਾਹਿਬ ਜੇ ਮੈਂ ਗੱਲ ਕਰਾਂ ਤਾਂ ਕਿੰਨੀਆਂ ਇੱਥੇ ਕੈਟਾਗਰੀਜ਼ ਨੇ, ਕਿੰਨੀਆਂ ਕਿਸਮਾਂ ਨੇ ਜਿਹੜੀਆਂ ਫਲਾਵਰ ਦੀਆਂ? ਤੁਸੀਂ ਫਲਾਵਰ ਦੀਆਂ ਲਗਭਗ 130 ਕਿਸਮਾਂ ਜਿਹੜੀਆਂ ਅਸੀਂ ਕਿਸਾਨਾਂ ਤੋਂ ਪੈਦਾ ਕਰਾਉਂਦੇ ਹਾਂ। ਉਹ
ਕੁਝ ਕਿਸਮਾਂ ਤਾਂ ਉਹ ਐ ਜਿਹੜੀਆਂ ਕਿ ਹੁਣ ਵੱਡੀਆਂ ਜਾ ਚੁੱਕੀਆਂ, ਕੁਝ ਕਿਸਮਾਂ ਇਹ ਆ ਜਿੱਥੇ ਆਪਾਂ ਖੜੇ ਆ ਇਹ ਹੁਣ ਲੇਟ ਕਿਸਮਾਂ ਜਿਹੜੀਆਂ ਆਲੂ ਤੋਂ ਬਾਅਦ ਲੱਗਦੀਆਂ, ਆਲੂ ਤੋਂ ਬਾਅਦ ਲੱਗਣ ਵਾਲੀਆਂ ਫਸਲਾਂ ਇਹ ਆਲੂ ਤੋਂ ਬਾਅਦ ਲੱਗ ਕੇ ਵੀ ਕਿਸਾਨ ਨੂੰ 70-80 ਹਜ਼ਾਰ ਰੁਪਏ ਦੇ ਜਾਂਦੀਆਂ। ਸੋ ਇਸ ਕਰਕੇ ਇਹ ਫਸਲਾਂ ਵੀ ਉਹਨਾਂ ਨੂੰ ਬੜੀਆਂ ਲਾਹੇਵੰਦ ਹੈ। ਜੇ ਮੱਕੀ ਮੁੱਕੀ ਲਾਉਂਦਾ ਤਾਂ ਇੰਨੇ ਪੈਸੇ ਨਹੀਂ ਦਿੰਦੀ, ਇਹ ਫਸਲਾਂ ਸਾਡੀਆਂ ਜਿਹੜੀਆਂ ਉਹਨੂੰ ਅੱਛੇ ਪੈਸੇ ਦੇ ਦਿੰਦੀਆਂ। ਜੇ ਮੈਂ ਗੱਲ ਕਰਾਂ ਤਾਂ ਕਿੰਨੇ ਏਕੜ ਦੇ ਵਿੱਚ ਲਾਏ ਹੋਏ ਇਹ ਸਾਰਾ? ਅਸੀਂ 112 ਏਕੜ ਦੇ ਵਿੱਚ ਆਪਣੇ ਫਾਰਮ ਤੇ ਫੁੱਲ ਲਾਏ ਹੋਏ ਆ। ਲਗਭਗ 600 ਏਕੜ ਸਾਡਾ ਏਰੀਆ ਹੈ ਜਿਹੜਾ ਕੰਟਰੈਕਟ ਫਾਰਮਿੰਗ ਦੇ ਥੱਲੇ ਹੈ। ਜੋ ਸ਼ੁਰੂ ਕੀਤਾ ਉਦੋਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ? ਪਹਿਲਾਂ ਤਾਂ ਜੇ ਮੈਂ ਪੁੱਛਾਂ ਬਾਕੀ ਜੋ ਸ਼ੁਰੂ ਕੀਤਾ ਸੀ ਉਦੋਂ ਫਿਰ ਕਿੱਥੋਂ ਤੁਸੀਂ ਇਹ ਪਹਿਲਾਂ ਕਿੱਥੋਂ ਸਿੱਖਿਆ ਸੁਣਿਆ ਸੀ, ਜਾਂ ਤੁਸੀਂ ਕਿਤੇ ਦੇਖਿਆ ਸੀ, ਜਾਂ ਤੁਸੀਂ ਪਹਿਲਾਂ ਕਿਸੇ ਦਾ ਪਹਿਲਾਂ ਜਾ ਕੇ ਚੈੱਕ ਕਰਕੇ ਉਸ ਤੋਂ ਬਾਅਦ ਤੁਸੀਂ ਆਪ ਟਰਾਈ ਕੀਤਾ ਕਿ ਇਹ ਫਾਰਮਿੰਗ ਵੀ ਹੋਣੀ ਚਾਹੀਦੀ ਹੈ ਪੰਜਾਬ 'ਚ? ਇਹ ਜਿਹੜਾ ਜੀ ਅਸੀਂ 1993 ਚ 25 ਕਿਲੋ ਬੀਜ ਐਕਸਪੋਰਟ ਕੀਤਾ ਸੀ ਪਹਿਲੀ ਵਾਰੀ। ਇਹ ਮੈਂ ਅਮਰੀਕਾ 'ਚ ਪੜ੍ਹਾਉਂਦਾ ਸੀ, ਉੱਥੋਂ ਜਦ ਮੈਂ ਪੜ੍ਹਾਉਂਦੇ ਮੈਨੂੰ ਕੋਈ ਬੰਦੇ ਮਿਲੇ ਜਿਹਨਾਂ ਨੂੰ ਸੀਡ ਦੀ ਲੋੜ ਸੀ। ਉੱਥੇ ਸੀਡ ਪ੍ਰੋਡਿਊਸ ਕਰਨਾ ਉਹਨਾਂ ਨੂੰ ਔਖਾ ਸੀ ਕਿਉਂਕਿ ਲੇਬਰ ਦੇ ਕਾਸਟ ਉੱਥੇ ਬਹੁਤ ਜ਼ਿਆਦਾ। ਤੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੇ ਅਸੀਂ ਜਾ ਕੇ ਜੇ ਤੁਸੀਂ ਇੰਡੀਆ ਜਾਓਗੇ ਤਾਂ ਕਿਆ ਤੁਸੀਂ ਸਾਡੇ ਵਾਸਤੇ ਸੀਡ ਪ੍ਰੋਡਿਊਸ ਕਰ ਸਕਦੇ ਹੋ? ਅਸੀਂ ਫਿਰ ਆ ਕੇ ਇੱਥੇ ਟਰਾਈ ਕੀਤਾ ਅਤੇ ਉਹਨਾਂ ਤੋਂ ਬੀਜ ਲਿਆ ਕੇ ਅਤੇ ਉਸ ਬੀਜ ਨੂੰ ਅਸੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ। ਤਾਂ ਉਹ ਪਹਿਲੇ ਵਾਰੀ ਸਾਤੋਂ ਬਹੁਤ ਥੋੜ੍ਹਾ ਬੀਜ 25 ਕਿਲੋ ਬੀਜ ਹੀ ਪੈਦਾ ਹੋਇਆ। ਹੌਲੀ ਹੌਲੀ ਫਿਰ ਅਸੀਂ ਹਰੇਕ ਸਾਲ ਸਿੱਖਦੇ ਗਏ ਕਿਸ ਤਰ੍ਹਾਂ ਕਿਹੜੀ ਵੈਰਾਈਟੀ ਕਦੋਂ ਲਾਉਣੀ ਹੈ, ਉਹ ਵੱਟਾਂ 'ਤੇ ਲਾਉਣੀ ਹੈ ਕਿ ਉਹ ਪਲੇਨ ਖੇਤ 'ਚ ਲਾਉਣੀ ਹੈ, ਕਿਸ ਤਰ੍ਹਾਂ ਉਹਨੂੰ ਪਾਣੀ ਦੇਣਾ ਹੈ। ਕਿਸੇ ਵੈਰਾਈਟੀ ਨੂੰ ਜ਼ਿਆਦਾ ਪਾਣੀ ਮੰਗਦੀ ਹੈ, ਕੋਈ ਘੱਟ ਪਾਣੀ ਮੰਗਦੀ ਹੈ, ਕਿਸੇ ਨੂੰ ਕੋਈ ਬਿਮਾਰੀ ਲੱਗਦੀ ਹੈ, ਕਿਸੇ ਨੂੰ ਕੋਈ ਕੀੜਾ ਲੱਗਦਾ। ਉਹ ਸਾਰੀਆਂ ਦਾ ਜਿਹੜਾ ਤੋੜ ਹੈ ਉਹ ਕਿਸ ਤਰ੍ਹਾਂ ਕਰਕੇ ਉਹ 'ਤੇ R&D ਅਸੀਂ ਕਰਦੇ ਰਹੇ ਅਤੇ ਹੌਲੀ ਹੌਲੀ ਅਸੀਂ 1996 ਤੋਂ ਫਿਰ ਕਿਸਾਨਾਂ ਦੇ ਨਾਲ ਜੁੜ ਗਏ। ਉਹ ਕੰਟਰੈਕਟ ਫਾਰਮਿੰਗ ਦੇ ਮੋੜ ਥੱਲੇ ਹੁਣ ਕਿਸਾਨਾਂ ਦੇ ਨਾਲ 1996 ਤੋਂ ਜੁੜ ਗਏ। ਫਿਰ ਸਾਡੀ ਪ੍ਰੋਡਕਸ਼ਨ ਵਧੀ। ਹੁਣ ਅਸੀਂ ਲਗਭਗ 200 ਟਨ ਦੇ ਕਰੀਬ ਸੀਡ ਐਕਸਪੋਰਟ ਕਰਦੇ ਹਾਂ ਅਤੇ ਉਹ US ਕੰਟਰੀਜ਼ ਨੂੰ ਅਤੇ ਯੂਰਪੀਅਨ ਕੰਟਰੀਜ਼ ਨੂੰ ਅਤੇ ਮਿਡਲ ਈਸਟ ਕੰਟਰੀਜ਼ ਨੂੰ ਸੀਡ ਜਾਂਦਾ ਅਤੇ ਉਹ ਬੜੇ ਖੁਸ਼ ਨੇ। ਸਾਡੀ ਕੁਆਲਿਟੀ ਬਹੁਤ ਅੱਛੀ ਹੈ। ਸਾਡੇ ਪੰਜਾਬ ਦਾ ਕਲਾਈਮੇਟ ਬਹੁਤ ਅੱਛਾ ਜਿੱਥੇ ਕਿ ਸੀਡ ਪ੍ਰੋਡਿਊਸ ਹੋ ਸਕਦਾ। ਸਾਡੇ ਫਾਰਮਰਸ ਨੂੰ ਹੁਣ ਪ੍ਰੋਡਕਸ਼ਨ ਕਰਨੀ ਆ ਗਈ, ਉਹ ਬਹੁਤ ਵਧੀਆ ਈਲਡ ਦੇ ਸਕਦੇ ਆ। ਤੋ ਇਸ ਕਰਕੇ ਮਤਲਬ ਇਹ ਜਿਹੜਾ ਹੁਣ ਇਹ ਸਿਸਟਮ ਹੈ ਫਲਾਵਰ ਪ੍ਰੋਡਿਊਸ ਕਰਨ ਦਾ, ਫਲਾਵਰ ਸੀਡ ਪ੍ਰੋਡਿਊਸ ਕਰਨ ਦਾ, ਇਹ ਪੰਜਾਬ ਦੇ ਵਿੱਚ ਬਹੁਤ ਸਕਸੈਸਫੁਲ ਹੋ ਸਕਦਾ। ਤਾਂ ਮੇਰੇ ਨਾਲ ਸਿਮਰਾਨ ਜੋ ਕਿ ਡਾਕਟਰ ਸਾਹਿਬ ਦੇ ਬੇਟੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਪੂਰਾ ਇਸ ਫਾਰਮਿੰਗ ਦੇ ਵਿੱਚ ਹੱਥ ਵਟਾਉਂਦੇ ਨੇ। ਕਿਉਂਕਿ ਅੱਜ ਦੀ ਜੇ ਨੌਜਵਾਨੀ ਦੀ ਗੱਲ ਕਰੀਏ ਤਾਂ ਯੂਥ ਨੂੰ ਇਹ ਹੈ ਕਿ ਖੇਤਾਂ ਦੇ ਵਿੱਚ ਕੀ ਜਾਣਾ, ਰੇਤੇ ਦੇ ਵਿੱਚ ਕੀ ਜਾਣਾ, ਕਿਉਂਕਿ ਪਿਤਾ ਪੁਰਖੀ ਕਿੱਤਾ ਹੁੰਦਾ ਜਿਹੜਾ ਕਹਿੰਦੇ ਨੇ। ਅੱਜ ਕੱਲ੍ਹ ਯੂਥ ਉਹ ਨਹੀਂ ਅਪਣਾਉਂਦਾ। ਸਗੋਂ ਮੈਂ ਸੁਣਿਆ ਤੁਹਾਡੇ ਤੁਸੀਂ MBA ਵੀ ਕੀਤੀ ਹੋਈ ਹੈ, ਤਾਂ ਤੁਹਾਡਾ ਕਿਵੇਂ ਫਿਰ ਇੰਟਰਸਟ ਬਣਿਆ ਕਿ ਨਹੀਂ ਮੈਂ ਇਹ ਆਪਦਾ ਪਾਪਾ ਦੇ ਨਾਲ ਕੰਮ ਕਰਨਾ? ਜਦ ਅਸੀਂ ਪਾਪਾ ਯੂਨੀਵਰਸਿਟੀ ਤੋਂ ਜਦ ਆਉਂਦੇ ਹੁੰਦੇ ਸੀ ਵੀਕਐਂਡਸ 'ਤੇ, ਉਹ ਜਦ ਸਾਡੀ ਵੀ ਛੁੱਟੀ ਹੁੰਦੀ ਸੀ ਸਾਨੂੰ ਨਾਲ ਲਿਆਉਂਦੇ ਹੁੰਦੇ ਸੀਗੇ। ਆ ਕੇ ਉਹਨਾਂ ਨੇ ਲੇਬਰ ਨਾਲ ਲਾਉਣਾ, ਸਾਨੂੰ ਟਰੈਕਟਰ 'ਤੇ ਬਿਠਾਉਣਾ, ਚਲੋ ਜ਼ਮੀਨ ਤਿਆਰ ਕਰੋ। ਮਤਲਬ ਉਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਇੱਕ ਬਿਨਾਂ ਇਹ ਦੱਸੇ ਹੋਏ ਵੀ ਕਿ ਤੁਸੀਂ ਸਿੱਖ ਰਹੇ ਹੋ ਚੀਜ਼ ਨੂੰ, ਉਹਨਾਂ ਨੇ ਸਿਖਾਉਣਾ ਸ਼ੁਰੂ ਕਰਤਾ। ਫਿਰ ਹੌਲੀ ਹੌਲੀ ਇੰਟਰਸਟ ਬਣਨਾ ਸ਼ੁਰੂ ਹੋ ਗਿਆ। ਜਦ ਆਪਾਂ ਘਰ 'ਚ ਬਹਿ ਕੇ ਡਿਸਕਸ ਕਰਦੇ ਸੀ ਡਾਈਨਿੰਗ ਟੇਬਲ 'ਤੇ ਖਾਣਾ ਖਾਂਦੇ ਵੀ ਕਿ ਇਹ ਹੋ ਰਿਹਾ, ਇੱਦਾਂ ਹੋ ਰਿਹਾ, ਹੌਲੀ ਚੀਜ਼ਾਂ ਦਾ ਸ਼ੌਂਕ ਪੈਦਾ ਹੋਣਾ ਸ਼ੁਰੂ ਹੋ ਗਿਆ। ਪਲੱਸ ਕਿਉਂਕਿ ਮੈਂ ਆਲਰੇਡੀ ਕਮਰਸ ਦਾ ਸਟੂਡੈਂਟ ਰਿਹਾ ਤਾਂ ਉਹ ਕੈਲਕੂਲੇਸ਼ਨ ਵੀ ਚੱਲਣੀ ਸ਼ੁਰੂ ਹੋ ਗਈ ਅਸੀਂ ਕਿਵੇਂ ਅਰਨ ਜ਼ਿਆਦਾ ਕਰ ਸਕਦੇ ਹਾਂ, ਕਮਾਈ ਜ਼ਿਆਦਾ ਕਰ ਸਕਦੇ ਹਾਂ। ਫਿਰ ਇਵੈਂਚੁਅਲੀ ਉਹ ਕਮਾਈ ਹੋਣੀ ਵੀ ਸ਼ੁਰੂ ਹੋ ਗਈ, ਫਿਰ ਹੋਰ ਇੰਟਰਸਟ ਵੱਧ ਗਿਆ। ਅੱਛਾ, ਜਦ ਤੁਸੀਂ ਆਏ ਉਦੋਂ ਬਾਅਦ ਫਿਰ? ਨਹੀਂ, ਮਤਲਬ ਇਵੈਂਚੁਅਲੀ ਹੋ ਹੀ ਰਿਹਾ ਸੀਗਾ, ਬਟ ਫਿਰ ਮੈਨੂੰ ਵੀ ਤਾਂ ਪਤਾ ਲੱਗਣ ਲੱਗਿਆ ਨਾ, ਇਹ ਤੋਂ ਪਹਿਲਾਂ ਤਾਂ ਪਤਾ ਨਹੀਂ ਸੀ। ਪਾਪਾ ਨੇ ਪਤਾ ਸੀ। ਮੈਂ ਉਹੀ ਪੁੱਛ ਰਿਹਾ, ਮੈਂ ਗੱਲ ਕਰ ਰਿਹਾ ਸੀ ਮੈਂ ਜਿਵੇਂ ਫਾਰਮਿੰਗ ਦੀ ਆਪਾਂ ਗੱਲ ਕਰਾਂ ਕਿ ਜੌਬਸ ਬਿਜ਼ਨਸ ਹਰੇਕ ਯੂਥ ਅੱਜ ਕੱਲ੍ਹ ਕਰ ਰਿਹਾ ਹੈ ਨਾ, ਨਵਾਂ ਤੋਂ ਨਵਾਂ ਟਰਾਈ ਕਰ ਰਿਹਾ, ਪਰ ਤੁਸੀਂ ਉਹੀ ਖੇਤਾਂ ਦੇ ਵਿੱਚ ਖੜ ਕੇ ਅੱਜ ਤੁਸੀਂ ਆਪਦਾ ਕੰਮ ਕਰ ਰਹੇ ਹੋ। ਹਾਲਾਂਕਿ ਤੁਹਾਡਾ ਬੀਜ ਦਾ ਕੰਮ ਆ, ਪਰ ਫਿਰ ਵੀ ਕਿਉਂਕਿ ਫਾਰਮਿੰਗ ਤਾਂ ਫਾਰਮਿੰਗ ਹੈਗੀ ਇੱਕ। ਪਰ ਜਿਵੇਂ ਆਪਾਂ ਪਹਿਲਾਂ ਕਨਸੈਪਟ ਦੀ ਗੱਲ ਕੀਤੀ ਹੈ ਕਿ ਕਣਕ ਝੋਨਾ ਦੇ ਗੇੜ ਚੋਂ ਨਿਕਲਣ ਨੂੰ ਫਿਰਦੇ ਨੇ ਹਨਾ ਹਰੇਕ ਕਿਸਾਨ, ਇਹ ਤੁਹਾਨੂੰ ਲੱਗਦਾ ਕਿ ਜਿਹੜਾ ਵਾਜਿਬ ਸਬਸਟੀਟਿਊਟ ਹੈਗਾ ਜਾਂ ਆਲਟਰਨੇਟ ਵਧੀਆ ਹੈਗਾ ਇਹ? ਬਿਲਕੁਲ, ਡੈਫੀਨੇਟਲੀ ਬਹੁਤ ਹੀ ਵਧੀਆ ਸਬਸਟੀਟਿਊਟ ਹੈ ਜੀ ਇਹ। ਕਿਉਂਕਿ ਦੇਖੋ ਆਪਾਂ ਨੂੰ ਚੇਂਜ ਇੱਕ ਇਹੋ ਜਿਹੀ ਕ੍ਰੌਪ ਹੈ ਜਿਹੜੀ ਸ਼ਾਰਟ ਪ੍ਰਾਈਸ 'ਤੇ ਸੇਲ ਹੋਣੀ ਹੈ। ਜਦ ਅਸੀਂ ਫਾਰਮਰ ਨਾਲ ਵੀ ਕੰਟਰੈਕਟ ਫਾਰਮਿੰਗ ਕਰਦੇ ਹਾਂ ਤਾਂ ਉਹਨੂੰ ਜਿਹੜਾ ਰੇਟ ਦੇ ਦਿੰਦੇ ਫਿਰ ਉਹਦੀ 100% ਪ੍ਰੋਡਕਸ਼ਨ ਅਸੀਂ ਉਸ ਸੇਮ ਰੇਟ 'ਤੇ ਚੱਕਦੇ ਹਾਂ। ਫਿਰ ਇੱਦਾਂ ਨਹੀਂ ਅਸੀਂ ਕਰਦੇ ਵੀ ਕਿ ਸਾਨੂੰ ਤਾਂ ਅਸੀਂ ਤਾਂ 100 ਕਿਲੋ ਦਾ ਆਰਡਰ ਕਰਿਆ ਸੀ, ਤੁਸੀਂ 150 ਲਿਆ ਤਾਂ ਅਸੀਂ 50 ਨਹੀਂ ਚੱਕਦੇ, ਇੱਦਾਂ ਨਹੀਂ ਹੈ। ਅਸੀਂ ਸਾਰੇ ਦਾ ਸਾਰਾ ਚੱਕਾਂਗੇ। ਪਲੱਸ
ਐਕਸਪੋਰਟ ਦੇ ਲਈ ਜੇ ਡਾਲਰ ਘੱਟ ਵੱਧ ਰਿਹਾ, ਜੋ ਵੀ ਹੋ ਰਿਹਾ, ਉਹ ਅਸੀਂ ਆਪਣੇ ਉੱਤੇ ਰਿਸਕ ਲੈ ਕੇ ਚੱਲਦੇ ਹਾਂ, ਉਹ ਫਾਰਮਰ ਦਾ ਰਿਸਕ। ਦੇਰਫੋਰ ਮਤਲਬ ਫਾਰਮਰ ਅੱਜ ਦੀ ਡੇਟ ਤੋਂ ਇਹ ਕੈਲਕੂਲੇਟ ਕਰ ਸਕਦਾ ਕਿ ਮੈਨੂੰ ਕਿੰਨਾ ਬਚਣਾ ਤੇ ਕਿਵੇਂ ਬਚਣਾ। ਅੱਜ ਜੇ ਮੈਂ ਪੁੱਛਾਂ ਕਿ ਕਿੰਨੇ ਕੰਟਰੀਜ਼ ਦੇ ਵਿੱਚ ਜਿਹੜਾ ਤੁਸੀਂ ਸੀਡਸ ਆਪਣਾ ਭੇਜ ਰਹੇ ਹੋ? ਅਸੀਂ 13 ਕੰਟਰੀਆਂ 'ਚ ਸੀਡ ਐਕਸਪੋਰਟ ਕਰ ਰਹੇ ਹਾਂ, ਜਿਹਦੇ 'ਚ ਮੋਸਟਲੀ ਤਾਂ ਤੁਸੀਂ ਯੂਰੋਪੀਅਨ ਕੰਟਰੀਜ਼ ਲਾ ਕੇ ਚੱਲੋ, ਉਹ ਆ ਜਾਂਦੇ ਆ। ਫਿਰ US 'ਚ ਜਾ ਰਹੇ ਆ, ਮਿਡਲ ਈਸਟ 'ਚ ਕਾਫੀ ਕੰਟਰੀਜ਼ 'ਚ ਜਾ ਰਿਹਾ ਹੈ। ਪੈਕਿੰਗ ਸਾਈਜ਼ ਡਿਫਰੈਂਟ ਹੈ, ਕਿਤੇ ਅਸੀਂ ਬਲਕ 'ਚ ਭੇਜ ਰਹੇ ਹਾਂ ਜਿਹੜੀ 25 kg ਦੀ ਪੈਕਿੰਗ 'ਚ ਜਾਂਦਾ, ਕਿਤੇ ਅਸੀਂ ਛੋਟੇ ਪੈਕੇਟ 'ਚ ਭੇਜਣ ਜਿਹੜੇ ਕਿ ਅਸੀਂ KGPs ਕਹਿੰਦੇ ਹਾਂ, ਕਿਚਨ ਗਾਰਡਨ ਪੈਕਿੰਗ, ਉਹ ਵਿਦ ਫਲਾਰ ਦੀ ਫੋਟੋ ਐਂਡ ਐਵਰੀਥਿੰਗ ਜਾ ਰਿਹਾ ਹੁੰਦਾ। ਪਲੱਸ ਅਸੀਂ ਸੀਡ ਕੁਝ ਇੰਪੋਰਟ ਵੀ ਕਰ ਰਹੇ ਹੁੰਦੇ, ਜਿਹੜਾ ਕਿ ਹਾਈਬ੍ਰਿਡ ਸੀਡ ਹੁੰਦਾ। ਉਹ ਪ੍ਰੋਫੈਸ਼ਨਲ ਜਿਹੜੇ ਇੰਡੀਆ 'ਚ ਆਪਾਂ ਵੱਡਾ ਗੈਂਦਾ ਲੈਣਾ ਜਾਂ ਘਰਾਂ ਦੇ ਵਿੱਚ ਪਟੂਨੀਆਂ ਵੱਡੇ ਫਲਾਰ ਵਾਲਾ ਛੋਟੀ ਹਾਈਟ ਵਾਲਾ ਲੋਕ ਲਾ ਰਹੇ ਹੁੰਦੇ, ਉਹੋ ਜਿਹੀਆਂ ਚੀਜ਼ਾਂ ਅਸੀਂ ਇੰਪੋਰਟ ਵੀ ਕਰ ਰਹੇ ਹੁੰਦੇ। ਉਹ ਮੋਸਟਲੀ ਉਹ US ਤੋਂ ਇੰਪੋਰਟ ਹੋ ਰਿਹਾ। ਬਾਹਰ ਫਿਰ ਇਹ ਡੈਕੋਰ ਦੀ ਕੰਮ ਹੀ ਆਉਂਦਾ ਇਕੱਲਾ, ਜਾਂ ਕੋਈ ਹੋਰ ਵੀ ਇਹਦੇ ਤੋਂ ਕੋਈ ਫਾਇਦਾ ਮਿਲਦਾ ਹੈਗਾ? ਇਹ ਸਾਰੀਆਂ ਵੈਰਾਈਟੀਆਂ ਡੈਕੋਰੇਸ਼ਨ ਵਾਲੀਆਂ ਹੀ ਆ। ਪਲੱਸ ਬੀਜ਼, ਜਿਵੇਂ ਉੱਥੇ ਇੱਕ ਇਹ ਵੀ ਕੰਸੈਪਟ ਆਵੇ ਕਿ ਤੁਸੀਂ ਮੱਖੀਆਂ ਨੂੰ ਬਚਾਉਣਾ ਜਾਂ ਬਟਰਫਲਾਈਜ਼ ਨੂੰ ਮਲਟੀਪਲਾਈ ਕਰਨਾ ਹੈ ਨਾ, ਤੇ ਸਾਡੀਆਂ ਵੈਰਾਈਟੀਆਂ ਉਸ ਚੀਜ਼ 'ਚ ਵੀ ਹੈਲਪ ਕਰਦੀਆਂ ਕਿ ਬਿਊਟੀਫਿਕੇਸ਼ਨ ਤਾਂ ਹੈ ਹੀ ਹੈ, ਪਲੱਸ ਇਹ ਬੀਜ਼ ਨੂੰ ਵੀ ਅਟਰੈਕਟ ਕਰ ਰਹੀਆਂ। ਇਹ ਤਿਤਲੀਆਂ ਵੀ ਬਹੁਤ ਆ ਰਹੀਆਂ, ਹੋਰ ਜਿਹੜੇ ਨੈਚੁਰਲ ਫਰੈਂਡਲੀ ਇਨਸੈਕਟਸ ਹੈ ਉਹ ਵੀ ਗਰੋ ਕਰਦੇ ਆ। ਜਿਵੇਂ ਤੁਸੀਂ ਇੱਧਰ ਕੰਟਰੈਕਟ ਫਾਰਮਿੰਗ ਕਰ ਰਹੇ ਹੋ, ਫਿਰ ਉੱਧਰ ਵੀ ਕਿਸੇ ਨਾਲ ਕੋਈ ਇਦਾਂ ਉਹਨਾਂ ਨੂੰ, ਉੱਧਰਲੇ ਫਾਰਮਰਸ ਨੂੰ ਵੀ ਕੁਝ ਸਿਖਾ ਰਹੇ ਹੋ, ਉਹਨਾਂ ਨੂੰ ਵੀ ਦੱਸ ਰਹੇ ਹੋ ਕੁਝ? ਤੇ ਉਹਨਾਂ ਉੱਥੇ ਤਾਂ ਕੰਪਨੀਜ਼ ਦੇ ਨਾਲ ਟਾਈ ਅਪ ਹੈ, ਉਹਨਾਂ ਦੀ ਆਪਣੀ ਵੀ ਪ੍ਰੋਡਕਸ਼ਨ ਹੁੰਦੀ ਹੈ। ਪਲੱਸ ਉਹ ਜਿਹੜੀ ਵੈਰਾਈਟੀਆਂ ਬੇਸਿਕ ਦੇਖੋ ਕਿਉਂ ਪ੍ਰੋਡਕਸ਼ਨ ਇਹ ਸਕੈਟਰ ਕਰਕੇ ਲਵਾ ਰਹੇ ਹੁੰਦੇ ਆ ਕਿ ਸਪੋਜ਼ਿੰਗ ਕਿ ਜਿਵੇਂ ਆਪਣੇ ਪੰਜਾਬ 'ਚ ਗੜੇ ਪੈ ਗਏ ਜਾਂ ਮੀਂਹ ਪੈ ਗਿਆ, ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਸਾਰੀ ਕ੍ਰੌਪ ਜ਼ੀਰੋ ਹੋ ਗਈ ਹੈ ਨਾ, ਅਗਲੇ ਨੂੰ ਵੀ ਕ੍ਰੌਪ ਚਾਹੀਦੀ ਹੁੰਦੀ ਹੈ। ਇਸ ਲਈ ਉਹਨਾਂ ਨੇ ਯੂਰਪ 'ਚ ਵੀ ਪ੍ਰੋਡਕਸ਼ਨ ਲਾਈ ਹੁੰਦੀ ਹੈ, ਚਾਈਨਾ 'ਚ ਵੀ, ਤੰਜ਼ਾਨੀਆ 'ਚ ਵੀ, ਇੰਡੀਆ 'ਚ ਵੀ। ਤਾਂ ਫਿਰ ਅਸੀਂ ਜਦ ਸਾਡੇ ਕੋਲ ਆਰਡਰ ਆਉਂਦਾ, ਅਸੀਂ ਵੀ ਉਹਨੂੰ ਸਕੈਟਰ ਕਰ ਦਿੰਦੇ ਕਿ ਥੋੜੀ ਅੰਮ੍ਰਿਤਸਰ ਲੱਗੀ ਹੋਊਗੀ, ਥੋੜੀ ਜਲੰਧਰ, ਥੋੜੀ ਪਟਿਆਲੇ, ਥੋੜੀ ਲੁਧਿਆਣੇ ਏਰੀਏ 'ਚ, ਉਹ ਅਸੀਂ ਵੀ ਸਕੈਟਰ ਕਰਕੇ ਲਾ ਦਿੰਦੇ। ਉਹਨਾਂ ਕਿਸੇ ਕੰਟਰੀ ਦਾ ਸਪੈਸੀਫਿਕ ਵੀ ਕੋਈ ਡਿਮਾਂਡ ਰਹਿੰਦੀ ਹੈ ਕਿ ਇਹੀ ਸਾਨੂੰ ਵੈਰਾਈਟੀ ਚਾਹੀਦੀ ਹੈ ਜ਼ਿਆਦਾ? ਕਿਉਂਕਿ ਦੇਖੀ ਤਾਂ ਕਲਚਰ ਦੇ ਵਿੱਚ ਹੀ ਬਹੁਤ ਫਰਕ ਆਉਂਦਾ। ਜਾਪਾਨ ਦੀ ਜੇ ਗੱਲ ਕਰੀਏ ਜਾਂ ਯੂਰਪ ਦੀ ਗੱਲ ਕਰੀਏ, ਚਾਈਨਾ, ਅਲੱਗ-ਅਲੱਗ ਬਹੁਤ ਡਿਫਰੈਂਸਿਸ ਨੇ। ਉਹ ਹੁਣ ਡਿਪੈਂਡ ਕਰਦਾ, ਜਿਵੇਂ ਕੋਈ ਸਪੈਸੀਫਿਕ ਗੇਮਸ ਦਾ ਟਾਈਮ ਹੈ, ਜਿਵੇਂ ਨੀਦਰਲੈਂਡ 'ਚ ਉਹਨਾਂ ਨੂੰ ਔਰੇਂਜ ਕਲਰ ਚਾਹੀਦਾ, ਫਿਰ ਔਰੇਂਜ ਕਲਰ ਦੀਆਂ ਵੈਰਾਈਟੀਆਂ ਦੀ ਜ਼ਿਆਦਾ ਡਿਮਾਂਡ ਆਉਂਦੀ ਹੈ। ਬਟ ਇਵੈਂਚੁਅਲੀ ਉਹਨਾਂ ਨੇ ਤਾਂ ਸਾਰਾ ਸਟਾਕ ਮੇਨਟੇਨ ਕਰਨਾ, ਤੇ ਜਿਹੜੀ ਚੀਜ਼ ਜ਼ਿਆਦਾ ਡਿਮਾਂਡ ਉਹਨਾਂ ਕੋਲ ਯੂਜ਼ ਹੁੰਦੀ ਹੈ, ਉਨੀ ਜ਼ਿਆਦਾ ਸਾਡੇ ਕੋਲ ਡਿਮਾਂਡ ਆ ਜਾਂਦੀ ਹੈ। ਬਟ ਕਲਰ ਸਪੈਸੀਫਿਕ ਕੋਈ ਇਦਾਂ ਨਹੀਂ ਹੈ। ਤਾਂ ਬਾਇਓਕ੍ਰੇਵ ਸੀਡਸ ਫਾਰਮ ਤੇ ਖੜੇ ਆ, ਤੇ ਹੁਣ ਤੁਹਾਨੂੰ ਜਿਹੜਾ ਦਿਖਾਉਣ ਲੈ ਕੇ ਆਇਆ, ਕਿਉਂਕਿ ਹੁਣ ਪੋਸਟ ਹਾਰਵੈਸਟਿੰਗ ਹੈ ਇਹ ਸੀਜ਼ਨ ਜਿਹੜਾ ਹੈ, ਕਿਉਂਕਿ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਨੇ ਕਿ ਫਸਲ ਵੱਢ ਲਈ ਹੈ ਹੁਣ, ਤਾਂ ਇਹ ਹੁਣ ਵਾਢੀ ਦਾ ਸੀਜ਼ਨ ਪੂਰਾ ਹੋ ਚੁੱਕਿਆ। ਔਰ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਸਾਰਾ ਮੇਰੇ ਪਿੱਛੇ ਜੋ ਇਹ ਫਲਾਰਸ ਲੱਗੇ ਹੋਏ ਨੇ, ਇਹਨਾਂ ਦੀ ਪਨੀਰੀਆਂ ਵੀ ਤੁਹਾਨੂੰ ਦਿਖਾਵਾਂਗੇ। ਇਹ ਤਰੀਕੇ ਤੁਹਾਨੂੰ ਦੱਸਦੇ ਆ ਕਿ ਹੁਣ ਜਿਹੜਾ ਹੈ ਤਰੀਕਾ ਕਿਹੜਾ ਅਪਣਾਇਆ ਜਾਂਦਾ ਹੈਗਾ, ਕਿਹੜਾ ਕਿਸਾਨਾਂ ਦੇ ਲਈ ਲਾਹੇਵੰਦ ਰਹੂਗਾ, ਕਿਉਂਕਿ ਜਿਨ੍ਹਾਂ ਨੇ ਸ਼ੁਰੂ ਕਰਨਾ ਹੈ ਬਿਲਕੁਲ ਜ਼ੀਰੋ ਤੋਂ। ਅੰਕਲ ਜੀ, ਜਿਵੇਂ ਮੈਂ ਗੱਲ ਕਰ ਰਿਹਾ ਸੀ, ਜੇ ਕੋਈ ਕਿਸਾਨ ਸ਼ੁਰੂ ਕਰਨਾ ਚਾਹੁੰਦਾ, ਪਹਿਲੀ ਗੱਲ ਤਾਂ ਉਹ ਰਿਸਕ ਲੈਣ ਤੋਂ ਹੀ ਬੜਾ ਡਰਦਾ ਕਿ ਹੋਰ ਫਸਲ ਮੈਂ ਕਿਉਂ ਟਰਾਈ ਕਰਾਂ, ਕੋਈ ਮੁਨਾਫਾ ਹੋ ਨਹੀਂ ਹੋਊਗਾ। ਤਾਂ ਇਹਦੇ ਵਿੱਚ ਕੀ ਗੱਲਾਂ ਧਿਆਨ ਰੱਖਣ ਦੀ ਲੋੜ ਹੈ? ਇੱਕ ਤਾਂ ਨਾ ਜੀ ਇਹਦਾ ਤਰੀਕਾ, ਜਿਹੜਾ ਪਹਿਲਾਂ ਮੈਂ ਤੁਹਾਨੂੰ ਤਰੀਕਾ ਦੱਸਦਾ, ਫਿਰ ਆਪਾਂ ਰਿਸਕ ਦੀ ਗੱਲ ਕਰਦੇ ਹਾਂ। ਤਰੀਕਾ ਇਹਦਾ ਇਹ ਹੈ ਕਿ ਅਕਤੂਬਰ ਦੇ ਮਹੀਨੇ 'ਚ ਸਾਡੇ ਕੋਲ ਕਿਸਾਨ ਆਉਂਦਾ, ਉਹ ਸਾਡੇ ਕੋਲ ਆ ਕੇ ਨਾ ਜੀ ਕੰਟਰੈਕਟ ਕਰਦਾ ਸਾਡੇ ਨਾਲ, ਇੱਕ ਰਿਟਨ ਕੰਟਰੈਕਟ ਕਰਦੇ ਆ, ਜਿਹਦੇ 'ਚ ਅਸੀਂ ਉਹਨੂੰ ਲਿਖ ਕੇ ਦਿੰਦੇ ਵੀ ਆਹ ਫਸਲ ਕਰ ਰਹੀ ਆ, ਇਸ ਫਸਲ ਦਾ ਆਹ ਭਾਅ ਹੈ, ਕਿਲੋ ਦਾ ਭਾਅ ਦਿੰਦੇ ਆ, ਅਤੇ ਇੰਨੀ ਨਿਕਲਦੀ ਹੈ ਲਗਭਗ, ਅਤੇ ਸੀਡ ਤੋਂ ਲੱਗਦੀ ਹੈ, ਪਨੀਰੀ ਤੋਂ ਲੱਗਦੀ ਹੈ, ਅਤੇ ਉਹ ਉਹਨੂੰ ਲਿਖ ਕੇ ਉਹਦੇ ਸਾਈਨ ਹੋ ਜਾਂਦੇ ਆ, ਸਾਡੇ ਸਾਈਨ ਹੋ ਜਾਂਦੇ ਆ। ਉਹਦੇ ਕੋਲ ਇੱਕ ਰਿਟਰਨ ਚੀਜ਼ ਚਲੀ ਜਾਂਦੀ ਹੈ ਕਿ ਅਸੀਂ ਇਸ ਭਾਅ ਨੂੰ ਤੇ ਤੋਂ ਆਹ ਫਸਲ ਖਰੀਦਣੀ ਹੈ। ਫਿਰ ਉਸ ਤੋਂ ਬਾਅਦ ਉਹਨੂੰ ਅਸੀਂ ਪਨੀਰੀ ਜਾਂ ਬੀਜ ਜੋ ਵੀ ਲੱਗਣਾ ਉਹ ਫ੍ਰੀ ਆਫ ਕਾਸਟ ਦਿੰਦੇ। ਉਹ ਪਨੀਰੀ ਬੀਜ ਉਹਦੇ ਖੇਤ 'ਤੇ ਪਹੁੰਚਾ ਕੇ ਆਉਂਦੇ, ਨਾ ਕਿ ਉਹਨੂੰ ਸਿਰਫ ਦਿੰਦੇ ਆ, ਉਹਦੇ ਖੇਤ 'ਤੇ ਜਾ ਕੇ ਦੇ ਕੇ ਆਉਂਦੇ, ਤਾਂ ਕਿ ਉਹਨੂੰ ਪਤਾ ਲੱਗੇ ਵੀ ਇੱਕ ਬੈੱਡ 'ਤੇ 2 ਲਾਈਨਾਂ ਤਾਂ ਲੱਗਣੀਆਂ, ਪਰ ਪਲਾਂਟ ਤੋਂ ਪਲਾਂਟ ਦਾ ਫਰਕ ਕੀ ਹੈ, ਉਹ ਜਿਹੜਾ ਫਰਕ ਵੀ ਅਸੀਂ ਉਹਨੂੰ ਉੱਥੇ ਜਾ ਕੇ ਸਮਝਾ ਕੇ ਆਉਂਦੇ ਹਾਂ। ਫਿਰ ਅਸੀਂ ਉਹਦੇ ਕੋਲ ਹਰੇਕ ਮਹੀਨੇ ਇੱਕ ਚੱਕਰ ਲਾਉਂਦੇ, ਤਾਂ ਕਿ ਉਹਨੂੰ ਦੱਸਿਆ ਜਾ ਸਕੇ ਕਿ ਜੇ ਤੇਰੇ ਕੋਈ ਬਿਮਾਰੀ ਆ ਰਹੀ ਹੈ, ਜਾਂ ਤੇਰੇ ਕੋਈ ਘਾਹ ਖੜਾ ਹੈ, ਅਤੇ ਜਾਂ ਤੈਨੂੰ ਕੋਈ ਹੋਰ ਚੀਜ਼ ਦੀ ਲੋੜ ਹੈ, ਉਹ ਤੈਨੂੰ ਕਰਨੀ ਚਾਹੀਦੀ ਹੈ ਹੁਣ, ਉਹਨੂੰ ਦੱਸ ਕੇ ਆਉਂਦੇ ਉੱਥੇ। ਸੋ ਦੈਟ ਮਤਲਬ ਉਹ ਅਸੀਂ ਸਾਰਾ 6 ਮਹੀਨੇ ਦੇ ਕਰੀਬ ਜਦ ਵੀ ਜਿੰਨੇ ਦੀ ਫਸਲ ਹੈ, ਉਹਦੇ ਕੋਲ ਕਿਸਾਨ ਕੋਲ ਜਾਂਦੇ ਰਹਿੰਦੇ ਹਾਂ, ਔਰ ਉਹਨੂੰ ਸਮਝਾਉਂਦੇ ਰਹਿੰਦੇ ਵੀ ਆਹ ਕੰਮ ਕਰਨ ਵਾਲਾ। ਜਿਹੜੇ ਸਾਡੇ ਪੁਰਾਣੇ ਕਿਸਾਨ ਹੈ ਉਹਨਾਂ ਨੂੰ ਕੋਈ ਸਮਝਣ ਦੀ ਲੋੜ ਨਹੀਂ ਹੁੰਦੀ, ਬਟ ਸਾਡੇ ਨਵੇਂ ਕਿਸਾਨ ਜਿਹੜੇ ਜੁੜਦੇ ਆ ਨਾਲ, ਉਹਨਾਂ ਕੋਲ ਅਸੀਂ ਜ਼ਰੂਰ ਜਾ ਕੇ ਉਹਨਾਂ ਨੂੰ ਬਾਰ-ਬਾਰ ਦੱਸਦੇ ਹਾਂ। ਨਾਲ ਹੀ ਨਾਲ ਅਸੀਂ ਉਹਨਾਂ ਨੂੰ ਵੀਡੀਓ ਭੇਜਦੇ ਹਾਂ ਵੀ ਸਾਡੀ ਫਸਲ ਸਾਡੇ ਫਾਰਮ 'ਤੇ ਅਸੀਂ ਅੱਜ ਆਹ ਕਰ ਰਹੇ ਹਾਂ। ਉਹਦਾ ਵੀਡੀਓ 1-2 ਵੀਡੀਓ ਹਰੇਕ ਹਫ਼ਤੇ ਅਸੀਂ ਕਿਸਾਨਾਂ ਨੂੰ ਭੇਜਦੇ ਹਾਂ,
ਜਿਹਦੇ ਨਾਲ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਆਹ ਕੰਮ ਇਸ ਤਰ੍ਹਾਂ ਕਰਨਾ, ਕਿਉਂਕਿ ਵੀਡੀਓ ਜਿਹੜਾ ਉਹਦੇ ਨਾਲ ਆਵਾਜ਼ ਹੁੰਦੀ ਹੈ ਤੇ ਨਾਲੇ ਉਹਦੇ ਫਸਲ ਦਿਖ ਰਹੀ ਹੁੰਦੀ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਹਾਂ ਮੇਰੀ ਫਸਲ, ਹੋ ਸਕਦਾ ਉਹਨੂੰ ਉਸ ਫਸਲ ਦਾ ਨਾਂ ਨਾ ਪਤਾ ਹੋਵੇ, ਉਹ ਨਵਾਂ ਕਿਸਾਨ ਹੈ, ਪਰ ਉਹਨੂੰ ਫਸਲ ਦੇਖ ਕੇ ਪਤਾ ਲੱਗ ਜਾਏਗਾ ਇਹੋ ਜਿਹੇ ਫੁੱਲ ਮੇਰੇ ਵੀ ਲੱਗੇ ਆ, ਤੇ ਉਸ ਤਰ੍ਹਾਂ ਹੀ ਉਹ ਕੰਮ ਕਰ ਲਏਗਾ ਜਿਸ ਤਰ੍ਹਾਂ ਦੀ ਉਹ ਫਸਲ ਅਸੀਂ ਉਹਨੂੰ ਵੀਡੀਓ 'ਚ ਦਿਖਾਉਂਦੇ। ਇਹ ਤਾਂ ਹੋ ਗਿਆ ਜੀ ਤਰੀਕਾ ਕਿ ਕਿਸ ਤਰ੍ਹਾਂ ਅਸੀਂ। ਦੂਸਰਾ ਇਹ ਹੈ ਕਿ ਆਮ ਤੌਰ 'ਤੇ ਸਾਰੀਆਂ ਜਿਹੜੀਆਂ ਸਾਡੀਆਂ ਫਸਲਾਂ ਹੈ ਉਹ ਕਣਕ ਨਾਲੋਂ ਦੁੱਗਣੇ ਤਿੱਗਣੇ ਪੈਸੇ ਦੇ ਰਹੀਆਂ ਕਿਸਾਨ। ਭਾਅ ਪਹਿਲਾਂ ਫਿਕਸ ਹੋ ਗਿਆ, ਪੈਸੇ ਉਹਨਾਂ ਨੂੰ ਵੱਧ ਮਿਲ ਜਾਣੇ ਕਣਕ ਤੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਰਿਸਕ ਦੀ ਕੋਈ ਹੈ ਹੀ ਨਹੀਂ ਇਹਦੇ 'ਚ, ਕਿਉਂਕਿ ਕਣਕ ਤਾਂ 40,000 ਰੁਪਏ ਦਿੰਦੀ ਹੈ, ਇਹ ਸਾਡੀ ਫਸਲ ਜਿਹੜੀ ਹੈ 1 ਸਵਾ ਲੱਖ ਰੁਪਈਆ ਉਹਨੂੰ ਉਹ ਦੇ ਦਿੰਦੀ ਹੈ ਗਰੋਸ, ਇਹ ਤੋਂ 20-25 ਹਜ਼ਾਰ ਰੁਪਏ ਖਰਚਾ ਵੀ ਆ ਜਾਂਦਾ ਲੇਬਰ ਵਗੈਰਾ ਦਾ। ਤੋ ਉਹ ਪਰ ਇਹ ਫਸਲ ਜਿਹੜੀ ਹੈ ਨਾ ਜੀ, ਇਹ ਥੋੜ੍ਹੀ ਜਿਹੀ ਔਖੀ ਫਸਲ ਹੈ। ਇਹ ਨਹੀਂ ਹੈ ਕਿ ਮਸ਼ੀਨ ਨਾਲ ਬੀਜਤੀ ਤੇ ਮਸ਼ੀਨ ਨਾਲ ਜਾ ਕੇ ਵੱਢ ਲਈ, ਇਹਨੂੰ ਹੱਥਾਂ ਦੇ ਨਾਲ ਲਾਉਣਾ ਪੈਣਾ, ਜਿਸ ਤਰ੍ਹਾਂ ਮਿਰਚਾਂ ਲਾਉਂਦੇ ਆ, ਤੇ ਹੱਥਾਂ ਦੇ ਨਾਲ ਹੀ ਬੀਜ ਨੂੰ ਤੋੜਨਾ ਪੈਣਾ। ਤੋ ਇਸ ਕਰਕੇ ਇਹ ਜਿਹੜੀ ਚੀਜ਼ ਹੈ, ਇਸ ਚੀਜ਼ ਨੂੰ ਬਹੁਤ ਧਿਆਨ 'ਚ ਰੱਖਣ ਕਿਸਾਨ ਜਿਹੜਾ ਵੀ ਲਾਵੇ ਕਿ ਇਹ ਜਿਹੜਾ ਮਿਹਨਤ ਕਰਨ ਵਾਲੀ ਫਸਲ ਹੈ, ਬਟ ਉਹ ਮਿਹਨਤ ਦਾ ਸਿਲਾ ਮਿਲਦਾ, ਮਿਹਨਤ ਦਾ ਸਿਲਾ ਕਣਕ ਨਾਲੋਂ 3 ਗੁਣਾ ਪੈਸੇ ਵੀ ਮਿਲਦੇ। ਜਿਹੜੀਆਂ ਲਾਉਣੀਆਂ ਫਸਲਾਂ ਉਹਨਾਂ ਦਾ ਕਈ ਵਾਰ ਨੁਕਸਾਨ ਹੋ ਜਾਂਦਾ, ਜਿਵੇਂ ਕੋਈ ਮੌਸਮ ਦਾ ਇਹ ਹੋ ਗਿਆ, ਬਾਰਿਸ਼ ਆ ਗਈ, ਇਹਦੇ ਤੇ ਵੀ ਫਰਕ ਪੈਂਦਾ ਫਿਰ? ਇਹ ਤੇ ਵੀ ਉਨਾ ਹੀ ਨੁਕਸਾਨ ਹੁੰਦਾ ਜਿੰਨਾ ਕਣਕ ਤੇ ਹੁੰਦਾ, ਉਹਨਾਂ ਕੁ ਨੁਕਸਾਨ ਇਹਦੇ 'ਚ ਵੀ ਹੋ ਜਾਊਗਾ। ਪਾਣੀ ਖੜ ਜਾਏਗਾ ਤਾਂ ਪਾਣੀ ਨੂੰ ਇਹ ਬਹੁਤੀ ਦੇਰ ਨਹੀਂ ਸਹਾਰਦੇ। ਇੱਕ ਜਿਵੇਂ ਬਿਮਾਰੀ ਲੱਗ ਜਾਂਦੀ ਹੈ, ਕਈ ਵਾਰ ਕੋਈ ਕੀੜੇ ਪੈ ਜਾਂਦੇ ਨੇ ਜਾਂ ਕੋਈ ਇਨਸੈਕਟ ਕੋਈ ਉੱਪਰ ਕੋਈ ਕਰ ਦਿੰਦੇ ਨੇ ਜਿਹਦੇ ਨਾਲ ਫਿਰ ਫਸਲ ਖਰਾਬ ਹੁੰਦੀ ਹੈ, ਇਹਨਾਂ ਨਾਲ ਵੀ ਹੋ ਜਾਂਦਾ ਕੋਈ? ਇਹ ਤਾਂ ਅਸੀਂ ਸਾਰੇ ਉਹਨਾਂ ਨੂੰ ਦੱਸਦੇ ਰਹਿੰਦੇ ਟਾਈਮ ਟੂ ਟਾਈਮ, ਵੀਡੀਓ ਭੇਜ ਕੇ ਵੀ ਦਿਖਾਉਂਦੇ ਰਹਿੰਦੇ ਵੀ ਜੇ ਇਸ ਤਰ੍ਹਾਂ ਦੀ ਸੁੰਡੀ ਹੈ ਤੇ ਆਹ ਸਪਰੇਅ ਕਰੋ, ਜੇ ਇਸ ਤਰ੍ਹਾਂ ਦੀ ਡਿਜ਼ੀਜ਼ ਹੈ ਤਾਂ ਉੱਤੇ ਆਹ ਸਪਰੇਅ ਕਰੋ। ਬਹੁਤੀਆਂ ਬਿਮਾਰੀਆਂ ਆਉਂਦੀਆਂ ਨਹੀਂ ਇਹਨਾਂ ਫਸਲਾਂ ਨੂੰ, ਤੇ ਬਹੁਤ ਕਿਉਂਕਿ ਇਹ ਬਹੁਤ ਵਾਈਡ ਸਪਰੈਡ ਏਰੀਆ 'ਚ ਨਹੀਂ ਹੈ, ਇਸ ਕਰਕੇ ਇਹ ਤੇ ਬਹੁਤੀਆਂ, ਜਿਸ ਤਰ੍ਹਾਂ ਕਣਕ ਤੇ ਇੱਕ ਥਾਂ ਸ਼ੁਰੂ ਹੋਈ ਤਾਂ ਸਾਰੇ ਪੰਜਾਬ 'ਚ ਫੈਲ ਜਾਂਦੀ ਹੈ, ਇਸ ਕਰਕੇ ਸਾਡੀ ਫਸਲਾਂ ਬਹੁਤ ਥੋੜ੍ਹੇ ਏਰੀਏ 'ਚ ਹੁੰਦੀਆਂ, ਉੱਥੇ ਇੰਨੀਆਂ ਬਿਮਾਰੀਆਂ ਨਹੀਂ ਆਉਂਦੀਆਂ, ਪਰ ਜੇ ਬਿਮਾਰੀ ਆਉਂਦੀ ਹੈ ਉਹਦਾ ਕੰਟਰੋਲ ਹੈ, ਬਹੁਤ ਈਜ਼ੀ ਕੰਟਰੋਲ ਹੈ। ਜਿਵੇਂ ਆ ਆਪਾਂ ਦੇਖ ਰਹੇ ਹਾਂ ਤੁਸੀਂ ਲਗਾਏ ਹੋਏ ਨੇ ਨੀਚੇ ਜਿਹੜੇ ਪੋਲੀਥੀਨ ਲਗਾਏ ਹੋਏ ਨਾ, ਇਹਨਾਂ ਦਾ ਕੀ ਫਾਇਦਾ ਹੈ ਇਹਨਾਂ ਦਾ? ਇੱਕ ਤਾਂ ਕਿਉਂਕਿ ਜਿਵੇਂ ਇੱਕ ਤਾਂ ਮੋਇਸਚਰ ਹੈ ਇਹਨਾਂ, ਮੈਨੂੰ ਲੱਗਦਾ ਨਵੀਂ ਬਣੀ ਰਹਿੰਦੀ ਹੋਊਗੀ ਵਿੱਚ। ਹਾਂ, ਇਹਦਾ ਨਾ ਜੀ 3-4 ਫਾਇਦੇ ਆ। ਇੱਕ ਤਾਂ ਇਹਨੂੰ ਅਸੀਂ ਪਹਿਲਾਂ ਤਾਂ ਪੋਲੀਥੀਨ ਮਲਚ ਕਹਿੰਦੇ ਆ। ਇਹ ਕਾਲੀ ਤੇ ਗ੍ਰੇ ਰੰਗ ਦੀ ਦੋ ਹੁੰਦੀਆਂ ਸ਼ੀਟਾਂ, ਇੱਕ ਪਾਸੇ ਕਾਲੀ ਹੁੰਦੀ ਹੈ, ਇੱਕ ਪਾਸੇ ਗ੍ਰੇ ਹੁੰਦੀ ਆ, ਤੇ ਇਹ ਜਿਹੜੀ ਅਸੀਂ ਵਿਛਾਈ ਹੈ ਸਿਰਫ ਕਾਲੀ ਹੈ। ਇਹ ਬੈੱਡ ਬਣਾਉਣ ਦੇ ਨਾਲ ਹੀ ਵਿਛਾਈ ਜਾਂਦੀ ਹੈ, ਤੇ ਉਸ ਤੋਂ ਬਾਅਦ ਇਹ 'ਤੇ ਖੱਡਾਂ ਕਰਕੇ ਪਲਾਂਟਸ ਲਗਾਏ ਜਾਂਦੇ ਆ। ਇਹਦੇ ਨਾਲ ਇੱਕ ਤਾਂ ਇਹ ਹੁੰਦਾ ਕਿ ਜਿੰਨਾ ਅਸੀਂ ਵੀਡ ਹੈ ਉਹ ਇਹਦੇ ਵਿੱਚੋਂ ਨਿਕਲਦਾ ਹੀ ਨਹੀਂ, ਕਿਉਂਕਿ ਕਾਲੀ ਹੈ, ਥੱਲੇ ਫੋਟੋਸਿੰਥੇਸਿਸ ਨਹੀਂ ਜਾਂਦੀ, ਤਾਂ ਇਸ ਕਰਕੇ ਜਿਹੜਾ ਵੀਡ ਆ ਉਹ ਨਹੀਂ ਜੰਮਦਾ। ਦੂਸਰੀ ਚੀਜ਼, ਜਿਹੜਾ ਅਸੀਂ ਖਾਦ ਇਹ 'ਚ ਪਾਉਂਦੇ ਹਾਂ, ਜਿੰਨਾ ਵੀ ਖਾਦ ਪਾਉਂਦੇ ਹਾਂ ਉਹ ਥੱਲੇ ਹੀ ਰਹਿੰਦਾ, ਉਹ ਵੈਪੋਰੇਟ ਨਹੀਂ ਹੁੰਦਾ। ਤੀਸਰੀ ਚੀਜ਼, ਜੇ ਸਰਦੀ ਦਾ ਮੌਸਮ ਹੁੰਦਾ ਤਾਂ ਇਹ ਜੜ ਜਿਹੜੀ ਆ ਉਹ 2 ਤੋਂ 3 ਡਿਗਰੀ ਟੈਂਪਰੇਚਰ ਉਹਦਾ ਜ਼ਿਆਦਾ ਰਹਿੰਦਾ, ਤਾਂ ਪਲਾਂਟ ਨੂੰ ਪਤਾ ਹੀ ਨਹੀਂ ਲੱਗਦਾ ਕਿ ਬਾਹਰ ਸਰਦੀ ਹੈ, ਉਹ ਗਰੋ ਕਰਦਾ ਰਹਿੰਦਾ ਉਸ ਤਰ੍ਹਾਂ। ਤੇ ਚੌਥੀ ਚੀਜ਼, ਜਿਸ ਤਰ੍ਹਾਂ ਤੁਸੀਂ ਨਮੀ ਦੀ ਗੱਲ ਕਰਦੇ ਹੋ, ਵੀ ਨਮੀ ਵੀ ਜੇ ਆਪਾਂ ਪਾਣੀ ਇੱਕ ਖਾਲ 'ਚ ਹੀ ਲਾਉਣਾ, ਇਹਦੇ 'ਚ ਕਣਕ ਨੂੰ ਅੱਧਾ ਪਾਣੀ ਲੱਗਦਾ, ਖਾਲ 'ਚ ਪਾਣੀ ਲੱਗਦਾ, ਬੈੱਡ ਦੇ ਉੱਤੇ ਪਾਣੀ ਚੜਾਉਣਾ ਹੀ ਨਹੀਂ, ਤੇ ਉਸ ਨਮੀ ਨੇ ਜਿਹੜਾ ਵਿੱਚ ਆ ਜਾਣਾ ਤੇ ਬੜੀ ਦੇਰ ਤੱਕ ਉਹ ਗਿੱਲੀ ਰਹਿੰਦੀ ਹੈ। ਸੋ ਇਹ ਕੋਸਟ ਕਰਦੀ ਹੈ, ਪਰ ਇਹਦੇ ਫਾਇਦੇ ਬਹੁਤ ਹੈ। ਲੇਬਰ ਬਚਾਉਂਦੀ ਹੈ, ਫਰਟੀਲਾਈਜ਼ਰ ਬਚਾਉਂਦੀ ਹੈ, ਪਾਣੀ ਬਚਾਉਂਦੀ ਹੈ, ਬਹੁਤ ਕੁਝ ਇਹਦਾ ਫਾਇਦਾ। ਮੈਂ ਕਹੂੰਗਾ ਕਿ ਆਪਾਂ ਥੋੜਾ ਤੁਰਦੇ ਫਿਰਦੇ ਹਾਂ, ਨਾਲੇ ਗੱਲਬਾਤ ਕਰਦੇ ਹਾਂ, ਕਿਉਂਕਿ ਜਿਵੇਂ ਮੈਂ ਹੀ ਪੁੱਛ ਰਿਹਾ ਸੀ ਕਿ ਲੇਬਰ ਕਿੰਨੀ ਕੰਮ ਕਰਦੀ ਹੈ ਇੱਥੇ ਤੁਹਾਡੇ ਕੋਲ? ਫਿਰ ਲੇਬਰ ਸਾਡੇ ਕੋਲ 112 ਏਕੜਾਂ 'ਚ ਡਿਪੈਂਡਿੰਗ ਅਪੋਨ ਕਿੰਨੀ ਕੁ ਜ਼ਰੂਰਤ ਹੈ, ਲਗਭਗ 60-70 ਜਨਾਨੀਆਂ ਤੋਂ ਲੈ ਕੇ 100 ਤੱਕ ਲੇਡੀਜ਼ ਕੰਮ ਕਰਦੀ। ਅਸੀਂ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਤੋਂ ਲੈ ਕੇ ਆਉਂਦੇ ਹਾਂ, ਆਟੋ ਲਵਾਏ ਹੋਏ ਆ, ਉਹ ਆਟੋ ਦੇ ਨਾਲ ਫਿਰ ਵੈਸੇ ਵੀ ਜਿਹੜਾ ਸੈਲਫ ਡਿਪੈਂਡੈਂਟ ਵੀ ਹੋ ਜਾਂਦੀ ਹੈ, ਜਿਵੇਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਬਿਲਕੁਲ ਮਨਰੇਗਾ ਵਗੈਰਾ ਜੇ ਆਪਾਂ ਉਹ ਚੀਜ਼ ਦੇਖਦੇ ਹਾਂ ਤਾਂ ਉਹਨਾਂ ਤੋਂ ਵੀ ਇਹ ਜ਼ਿਆਦਾ ਬੈਟਰ ਮਿਲਦਾ। ਇਹ ਲੰਬੀ ਦੇਰ ਤੱਕ ਦੀ ਜੋਬ ਹੈ ਜੀ, ਇਹ ਅਸੀਂ ਉਹਨਾਂ ਨੂੰ ਲਗਭਗ 4 ਮਹੀਨੇ ਤੱਕ 4 ਤੋਂ 5 ਮਹੀਨੇ ਦਾ ਕੰਮ ਦਿੰਦੇ ਹਾਂ, ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਪਿੰਡਾਂ ਤੋਂ ਲੈ ਕੇ ਆਉਂਦੇ ਹਾਂ, ਆਟੋ ਲਵਾਏ ਹੋਏ ਆ, ਉਹ ਆਟੋਆਂ ਦੇ ਵਿੱਚ ਆ ਕੇ ਇੱਥੇ ਕੰਮ ਕਰਦੀਆਂ, ਤੇ ਕੰਮ ਕਰਕੇ ਸ਼ਾਮ ਨੂੰ ਆਟੋ ਉਹੀ ਘਰ ਛੱਡਿਆ ਹੁੰਦਾ। ਬਾਈ ਮੈਂ ਜਿਵੇਂ ਇੱਕ ਹੋਰ ਪੁੱਛਣਾ ਸੀਗਾ ਕਿ ਜਦੋਂ ਤੁਸੀਂ ਇੰਪੋਰਟ ਐਕਸਪੋਰਟ ਕਰਦੇ ਹੋ, ਜਦੋਂ ਤੁਸੀਂ ਭੇਜਦੇ ਹੋ ਬਾਹਰ ਐਕਸਪੋਰਟ ਕਰਕੇ, ਤਾਂ ਉਦੋਂ ਕੋਈ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ? ਕਿਉਂਕਿ ਇੱਕ ਤਾਂ ਪੈਕਿੰਗ ਵਗੈਰਾ ਦਾ ਬਹੁਤ ਜਿਹੜਾ ਰੌਲਾ ਪੈਂਦਾ ਹੈਗਾ।
ਦੇਖੋ ਕੁਆਲਿਟੀ ਆਫ ਸੀਡ ਦਾ ਬਹੁਤ ਜ਼ਿਆਦਾ ਧਿਆਨ ਹਮ। ਰੱਖਣਾ ਹੁੰਦਾ। ਸਭ ਤੋਂ ਜ਼ਰੂਰੀ ਚੀਜ਼ ਐਕਸਪੋਰਟ ਕਰਦੇ ਹੋਏ ਜਿਹੜੀ ਸਾਨੂੰ ਅਸੀਂ ਕੁਆਲਿਟੀ ਭੇਜਣੀ ਹੁੰਦੀ ਆ ਉਹ 100% ਮੀਨਸ 100% ਹੈ ਨਾ। ਤਾਂ ਸੀਡ ਦੀ ਕਲੀਨਿੰਗ ਅਸੀਂ ਆਪਣੇ ਫਾਰਮ ਤੇ ਕਰਦੇ ਅਸੀਂ ਫਾਰਮਰ ਦੇ ਮੂਹਰੇ ਹਾਂ, ਬਟ ਅਸੀਂ ਉਹਨੂੰ 99% ਕਲੀਨ ਕਰ ਦਿੰਦੇ ਹਾਂ। ਸਾਡੇ ਕੋਲ ਆਪਣੀ ਲੈਬ ਹੈ ਜਿੱਥੇ ਅਸੀਂ ਟੈਸਟਿੰਗ ਕਰਦੇ ਹਾਂ ਸੀਡ ਦੀ। ਉਹਦੇ ਸੈਂਪਲਸ ਬਾਹਰ ਜਾਂਦੇ, ਸੈਂਪਲਸ ਅਪਰੂਵ ਹੁੰਦੇ, ਉਸ ਤੋਂ ਬਾਅਦ ਅਸੀਂ ਐਕਸਪੋਰਟ ਕਰਨੇ ਸੀਡ ਨੂੰ। ਤੇ ਜਰਮੀਨੇਸ਼ਨ ਜਿਹੜੀ ਆ ਉਹ ਐਟਲੀਸਟ 85% ਹੋਣੀ ਚਾਹੀਦੀ ਹੈ, ਮਤਲਬ ਘੱਟ ਤੋਂ ਘੱਟ 85% ਹੋਣੀ ਚਾਹੀਦੀ ਹੈ। ਪਲੱਸ ਹੋਵੇ ਤਾਂ ਚੰਗੀ ਗੱਲ ਹੈ। ਤੇ 85 ਨਹੀਂ ਆ ਰਹੀ ਤਾਂ ਅਸੀਂ ਉਹਨੂੰ ਰੀਗ੍ਰੇਡ ਕਰਦੇ ਹਾਂ, ਦੁਬਾਰਾ ਤੋਂ ਪ੍ਰੋਸੈਸ ਕਰਦੇ ਹਾਂ, ਸੀਡ ਨੂੰ ਸਾਫ਼ ਕਰਦੇ ਹਾਂ, ਚੋਂ ਹਲਕਾ ਬੀਜ ਕੱਢ ਦਿੰਦੇ ਹਾਂ, ਇਵੈਂਚੁਅਲੀ ਉਹ 85 ਆਉਣੀ ਸ਼ੁਰੂ ਹੋ ਜਾਂਦੀ ਹੈ। ਪੈਕੇਜਿੰਗ ਫੋਰ ਸ਼ੋਰ ਬਹੁਤ ਮੈਟਰ ਕਰਦੀ ਹੈ ਕਿਉਂਕਿ ਲੰਬੇ ਟਾਈਮ ਲਈ ਸੀਡ ਨੇ ਟਰੈਵਲ ਕਰਕੇ ਜਾਣਾ ਹੁੰਦਾ ਤੇ ਸੀਡ ਲਿਵਿੰਗ ਚੀਜ਼ ਹੈ ਇੱਕ ਤਰੀਕੇ ਦੀ, ਹੈ ਨਾ ਜੀ। ਤਾਂ ਸਾਨੂੰ ਉਹਨੂੰ ਮੇਨਟੇਨ ਕਿਵੇਂ ਕਰਨਾ, ਉਹਦਾ ਮੋਇਸਚਰ ਕੰਟੈਂਟ ਕੀ ਰੱਖਣਾ, ਉਹ ਟੈਕਨੀਕਲ ਚੀਜ਼ਾਂ ਉਹ ਵੈਰਾਈਟੀ ਟੂ ਵੈਰਾਈਟੀ ਵੇਰੀ ਕਰ ਰਹੀਆਂ ਇੱਕ ਬਾਈ ਫੁੱਲ ਦੀ ਜਿਵੇਂ ਦੇਖਾਂ ਹੈਲਥ ਕਿਹੜੀ ਚੀਜ਼ ਤੇ ਡਿਪੈਂਡ ਕਰਦੀ ਹੈ? ਕਿਉਂਕਿ ਜਿੰਨਾ ਫੁੱਲ ਵਧੀਆ ਹੋਊ ਉਨੀ ਬੀਜ ਜ਼ਿਆਦਾ ਹੋਣਗੇ ਉਸ ਦੇ ਵਿੱਚ। ਨਿਊਟ੍ਰੀਸ਼ਨ ਦੇ ਉੱਤੇ, ਮੌਸਮ ਦੇ ਉੱਤੇ, ਇਰੀਗੇਸ਼ਨ ਦੇ ਉੱਤੇ, ਹਰ ਇੱਕ ਚੀਜ਼, ਜ਼ਮੀਨ ਦੇ ਉੱਤੇ ਬਹੁਤ ਚੀਜ਼ਾਂ ਵੇਰੀ ਕਰ ਰਹੀਆਂ ਹੁੰਦੀਆਂ। ਅਸੀਂ ਜਦ ਫਾਰਮਰ ਤੇ ਪ੍ਰੋਡਕਸ਼ਨ ਲਵਾਉਂਦੇ ਹਾਂ ਤਾਂ ਜੇ ਉਹਦੀ ਰੇਤਲੀ ਜ਼ਮੀਨ ਹੈ ਤਾਂ ਅਸੀਂ ਉਹਨੂੰ ਵੈਰਾਈਟੀਆਂ ਉਹੋ ਜਿਹੀਆਂ ਦੇਵਾਂਗੇ, ਜੇ ਉਹਦੀ ਡਾਕਰ ਹੈ ਤਾਂ ਅਸੀਂ ਡਾਕਰ ਵੈਰਾਈਟੀਆਂ ਦੇਵਾਂਗੇ, ਜੇ ਉਹਦੇ ਕੋਲ ਲੇਬਰ ਸਾਰੇ ਤਰ੍ਹਾਂ ਦੀ ਜ਼ਮੀਨ 'ਚ ਹੋ ਜਾਂਦੀ ਹੈ। ਸਾਰੇ ਤਰ੍ਹਾਂ ਦੀ ਹੋ ਜਾਂਦੀ। ਜੇ ਅਗਲੇ ਕੋਲ ਲੇਬਰ ਅਵੇਲੇਬਲ ਹੈ, ਪਿੰਡ ਦੇ ਨੇੜੇ ਉਹਦਾ ਖੇਤ ਹੈ, ਫਿਰ ਅਸੀਂ ਉਹਨੂੰ ਉਹੋ ਜਿਹੀਆਂ ਵੈਰਾਈਟੀਆਂ ਦਿੰਦੇ ਜਿਹੜੀ ਉਹ ਲੇਬਰ ਬੁਲਾ ਕੇ ਹੱਥਾਂ ਨਾਲ ਚੁੱਕ ਕੇ ਬੀਜ ਜ਼ਿਆਦਾ ਇਕੱਠਾ ਕਰ ਸਕਦਾ। ਜਿਹੜਾ ਜ਼ਿਆਦਾ ਲੇਬਰ ਲਾਉਣ ਵਾਲੀ ਫਸਲ ਹੈ ਉਹ ਮਹਿੰਗੀ ਹੈ, ਜਿਹੜੀ ਘੱਟ ਸਿੰਗਲ ਇੱਕੋ ਵਾਰੀ ਵੱਢਣ ਵਾਲੀ ਫਸਲ ਹੈ ਉਹ ਸਸਤੀ ਹੈ। ਮਤਲਬ ਜਿਹੜਾ ਰੇਟ ਹੈ ਫਸਲ ਦਾ ਉਹ ਉਹੀ ਚੀਜ਼ ਨਾਲ ਵੇਰੀ ਕਰ ਰਿਹਾ ਹੁੰਦਾ। ਜਦੋਂ ਐਕਸਪੋਰਟ ਕਰਦੇ ਹੋ ਤਾਂ ਜੋ ਪੈਕਿੰਗ ਹੁੰਦੀ ਹੈ ਬੀਜ ਦੀ, ਤਾਂ ਉਦੋਂ ਕੋਈ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਕਿ ਪੈਕਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਕਿਉਂਕਿ ਪੈਕਿੰਗ ਤੋਂ ਬਾਅਦ ਜਿਹੜਾ ਐਟਮੋਸਫੇਅਰ ਅੰਦਰ ਬੀਜ ਨੂੰ ਮਿਲ ਰਿਹਾ ਉਹ ਕਿੰਨੇ ਟਾਈਮ ਦਾ ਹੋਣਾ ਚਾਹੀਦਾ? ਕਿਉਂਕਿ ਲਗਭਗ 3-4 ਦਿਨ ਤਾਂ ਲੱਗ ਜਾਂਦੇ ਹੋਣਗੇ ਸੀਡ ਨੂੰ ਬਾਅਦ ਚੋਂ ਖੁੱਲ੍ਹਦੇ ਹੋਏ। ਜ਼ਿਆਦਾ ਟਾਈਮ ਲੱਗ ਜਾਂਦਾ ਹੈ, ਮਤਲਬ ਅਰਾਊਂਡ ਤੁਸੀਂ ਜੇ ਤਾਂ ਬਾਏ ਸੀ ਜਾਣਾ ਫਿਰ ਤਾਂ 3 ਤੋਂ 4 ਮਹੀਨੇ ਲੱਗ ਜਾਂਦੇ ਸੀਡ ਨੂੰ ਪਹੁੰਚਦੇ। ਜੇ ਬਾਏ ਪਲੇਨ ਜਾਣਾ, ਬਾਏ ਏਅਰ ਜਾਣਾ ਫਿਰ ਵੀ ਤੁਸੀਂ ਲਾ ਲਓ ਮਹੀਨੇ ਦਾ ਪ੍ਰੋਸੈਸ ਹੁੰਦਾ ਪੈਕਿੰਗ ਤੋਂ ਬਾਅਦ ਸਾਡੇ। ਤਾਂ ਇਸ ਲਈ ਅਸੀਂ ਜਿਹੜਾ ਬੈਗਸ ਯੂਜ਼ ਕਰਦੇ ਹਾਂ ਉਹ 'ਚ ਹਵਾ ਆਉਣੀ ਚਾਹੀਦੀ ਹੈ, ਉਹ ਡਬਲ ਲੇਅਰਡ ਜਾਂ ਤੁਸੀਂ ਲਾ ਲਓ ਪੋਲੀਥੀਨ ਬੈਗਸ ਨਹੀਂ ਹੋਣੇ ਚਾਹੀਦੇ। ਉਹਦੇ 'ਚ ਕਿੰਨੀ ਪੈਕਿੰਗ ਅਸੀਂ ਕਰਨੀ, ਕਈ ਵੈਰਾਈਟੀਆਂ ਜਿਹੜੀ ਅਸੀਂ 10 ਕਿਲੋ ਦੀ ਪੈਕਿੰਗ 'ਚ ਹੀ ਕਰਦੇ ਹਾਂ, ਕਈ ਵੈਰਾਈਟੀਆਂ ਜਿਹੜੀ 25 ਕਿਲੋ ਦੀ ਪੈਕਿੰਗ 'ਚ ਕਰਦੇ ਹਾਂ। ਉਹ ਵੈਰਾਈਟੀ ਟੂ ਵੈਰਾਈਟੀ, ਉਹ ਟੈਕਨੀਕਲ ਚੀਜ਼ਾਂ ਬੇਸਿਕਲੀ ਜਿਹੜੀ ਕੰਪਨੀ ਨੂੰ ਅਸੀਂ ਐਕਸਪੋਰਟ ਕਰ ਰਹੇ ਹਾਂ ਉਹ 'ਤੇ ਵੀ ਵੇਰੀ ਕਰ ਰਿਹਾ ਹੁੰਦਾ ਕਿ ਉਹਨੂੰ ਕਿਵੇਂ ਚਾਹੀਦਾ ਹੈ। ਜਿਵੇਂ ਜੇ ਮਿਡਲ ਈਸਟ ਜਾਣਾ ਤਾਂ ਉਹ 30 ਕਿਲੋ ਜਾਂ 35 ਕਿਲੋ ਤੱਕ ਦੇ ਵੀ ਬੈਗਸ ਲੈ ਲੈਂਦੇ ਆ। ਹਾਂਜੀ, ਮਿਡਲ ਈਸਟ ਵਾਲੇ 30-35 ਕਿਲੋ ਦੇ ਬੈਗਸ ਵੀ ਐਕਸੈਪਟ ਕਰ ਲੈਂਦੇ। ਯੂਰਪ ਜਾਣਾ ਤਾਂ 20 ਕਿਲੋ ਤੋਂ ਉੱਤੇ ਨਹੀਂ ਹੋਣਾ ਚਾਹੀਦਾ। ਉਹ ਵੀ ਚੀਜ਼ਾਂ ਸਾਨੂੰ ਦੇਖਣੀਆਂ ਹੁੰਦੀਆਂ। ਇੱਕ ਹੋਰ ਮੈਂ ਪੁੱਛਣਾ ਸੀ ਕਿ ਜਦੋਂ ਸੀਡ ਜਿਹੜੇ ਤਿਆਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਹੋਰ ਕੀ ਬੰਦਾ ਉਹਦੇ ਤੋਂ ਕੀ ਫਾਇਦਾ ਲੈ ਸਕਦਾ? ਕਿਉਂਕਿ ਅਮੂਮਨ ਤੌਰ 'ਤੇ ਸੀਡ ਤੁਸੀਂ ਬਾਹਰ ਭੇਜ ਦਿੰਦੇ ਹੋ, ਫਿਰ ਇੱਥੇ ਇੰਡੀਆ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਦੁਬਾਰਾ ਜੇ ਮੈਂ ਪੁੱਛਾਂ ਤਾਂ ਰੀਸਾਈਕਲ ਹੋ ਜਾਂਦੇ ਨੇ ਉਹ ਫਿਰ ਸੀਡਸ ਤਾਂ ਸੀਡਸ ਹਨ ਜਿਹੜੇ ਜੇ ਅਸੀਂ ਐਕਸਪੋਰਟ ਕਰਤਾ ਉਹ 'ਚੋਂ ਥੋੜ੍ਹਾ ਜਿਹਾ ਸੀਡ ਰੱਖ ਕੇ ਅਸੀਂ ਇੰਡੀਆ 'ਚ ਵੀ ਉਹਨੂੰ ਦੁਬਾਰਾ ਤੋਂ ਨੈਕਸਟ ਈਅਰ ਲਈ ਯੂਜ਼ ਕਰ ਸਕਦੇ ਹਾਂ। ਉਹਨੂੰ ਅਸੀਂ ਇੰਡੀਆ 'ਚ ਵੀ ਸੇਲ ਕਰ ਸਕਦੇ ਹਾਂ। ਮਤਲਬ ਸਾਡੀਆਂ ਐਡੀਬਲ ਵੈਰਾਈਟੀਜ਼ ਕੋਈ ਨਹੀਂ। ਮੈਂ ਇਹ ਨਹੀਂ ਵੀ ਕਿ ਸੀਡ ਨੂੰ ਤੇਲ ਲਈ ਯੂਜ਼ ਕਰ ਲਿਆ ਜਾਂ ਸੀਡ ਨੂੰ ਖਾਣ ਲਈ, ਜਿਵੇਂ ਅਸੀਂ ਅੱਜ ਕੱਲ੍ਹ ਆਪਣੇ ਬ੍ਰੇਕਫਾਸਟ 'ਚ ਸੀਡਸ ਖਾ ਰਹੇ ਹੁੰਦੇ, ਉਹ ਵਾਲੀਆਂ ਵੈਰਾਈਟੀਆਂ ਨਹੀਂ ਹੈ। ਅੱਛਾ, ਇੱਕ ਹੋਰ ਬਾਈ ਮੈਂ ਪੁੱਛਦਾ ਸੀ, ਜਿਹੜੇ ਸੀਡ ਤੁਸੀਂ ਜਦੋਂ ਬੀਜਦੇ ਹੋਗੇ ਤਾਂ ਜਿਵੇਂ ਆਪਾਂ ਕਹਿ ਲਈਏ ਕਿ ਵੱਖ-ਵੱਖ ਰੁੱਤਾਂ ਹੁੰਦੀਆਂ ਫਸਲਾਂ ਨੂੰ ਬੀਜਣ ਦੀਆਂ, ਇਹਨਾਂ ਦੇ ਵਿੱਚ ਵੀ ਕੋਈ ਰੁੱਤ ਹੁੰਦੀ ਹੈ ਕਿ ਆਹ ਰੁੱਤਾਂ ਦੇ ਵਿੱਚ ਇਹ ਕੈਟਾਗਰੀ ਬੀਜਣੀ ਹੈ, ਜਾਂ ਫਿਰ ਸਾਰੀਆਂ ਇੱਕੋ ਟਾਈਮ ਤੇ ਹੋ ਜਾਂਦੀਆਂ ਨੇ? ਸਾਡੇ ਕੋਲ ਮੋਸਟਲੀ ਜਿਹੜੀਆਂ ਵੈਰਾਈਟੀਆਂ ਹੈ ਉਹ ਸਰਦੀਆਂ ਵਾਲੀਆਂ ਵੈਰਾਈਟੀਆਂ ਹੀ ਹੈ। ਗਰਮੀਆਂ ਵਾਲੀਆਂ ਵੈਰਾਈਟੀਆਂ ਵੀ ਹੈ ਬਟ ਉਹ ਫਿਰ ਮੌਨਸੂਨ ਦੇ ਬਰਸਾਤਾਂ 'ਚ ਆ ਜਾਂਦੀ ਹੈ ਤੇ ਸੀਡ ਵੀ ਖਰਾਬ ਹੋ ਜਾਂਦਾ ਹੈ, ਪਲਾਂਟ ਵੀ ਖਰਾਬ ਹੋ ਜਾਂਦਾ ਹੈ। ਇਸ ਲਈ ਅਸੀਂ ਉਹ ਨਹੀਂ ਲਵਾਉਂਦੇ। ਸਰਦੀਆਂ ਵਾਲੀਆਂ ਵੈਰਾਈਟੀਆਂ ਲਵਾਉਂਦੇ ਹਾਂ ਜਿਹੜੀਆਂ ਕਿ ਅਕਤੂਬਰ ਦੇ ਵਿੱਚ ਲੱਗਦੀਆਂ ਤੇ ਅਪ੍ਰੈਲ ਤੱਕ ਹਾਰਵੈਸਟ ਹੋ ਜਾਂਦੀਆਂ, ਸਿਰਫ ਕਣਕ ਨੂੰ ਰਿਪਲੇਸ ਕਰਕੇ। ਅੰਕਲ ਜੀ, ਆਖੀਰ ਤੇ ਮੈਂ ਕਹੂੰਗਾ ਤੁਸੀਂ ਇੱਕ ਲੋਕਾਂ ਨੂੰ, ਕਿਉਂਕਿ ਜਿਹੜੇ ਨਵੇਂ ਕਰਨਾ ਚਾਹੁੰਦੇ ਨੇ ਕੋਈ ਖੇਤੀ, ਉਹ ਕਿੰਨੇ ਕੁ ਰਕਬੇ ਤੋਂ ਕਰ ਸਕਦੇ ਨੇ, ਔਰ ਇੱਕ ਮੁਨਾਫਾ, ਕਿਉਂਕਿ ਹਰੇਕ ਕੋਈ ਬਿਜ਼ਨਸ ਜਾਂ ਕੋਈ ਕਿਸਾਨ ਤਾਂ ਸੋਚਦਾ ਕਿ ਤੁਹਾਨੂੰ ਮੁਨਾਫਾ ਕਿੰਨਾ ਹੋਊਗਾ, ਇੱਕ ਮੁਨਾਫੇ ਬਾਰੇ ਦੱਸ ਦਿਓ ਕਿ ਇੱਕ ਰਕਬੇ ਤੋਂ ਕਿੰਨਾ ਹੋ ਜਾਂਦਾ? ਕਿਉਂਕਿ ਜੇ ਆਪਾਂ ਮੁਕਾਬਲਤਾਂ ਲਾਈਏ ਕਣਕ ਝੋਨਾ ਦੇ, ਇਹਦੇ 'ਚ ਨਾ ਜੀ ਅਸੀਂ ਜਿਹੜਾ ਨਵਾਂ ਬੰਦਾ ਖੇਤੀ ਕਰਦਾ ਇਹ, ਉਹਨੂੰ ਅਸੀਂ ਕਹਿੰਦੇ ਵੀ 1 ਜਾਂ 2 ਏਕੜ ਹੀ ਲਾ। ਅਸੀਂ ਉਹਨੂੰ ਜ਼ਿਆਦਾ ਦੇਣਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਉਹਨੂੰ ਪਨੀਰੀ ਫ੍ਰੀ ਆਫ ਕਾਸਟ ਦੇ ਰਹੇ ਹਾਂ। ਉਹ ਪਨੀਰੀ ਜਿਹੜੀ ਸਾਡੀ ਆ ਉਹ 15 ਤੋਂ 20 ਹਜ਼ਾਰ ਕਾਸਟ ਕਰਦੀ ਹੈ। ਉਸ ਤੋਂ ਬਾਅਦ ਜਿਹੜੀ ਸਾਡੀ ਮਹੀਨੇ ਦੀ ਵਿਜ਼ਿਟ ਹੈ, ਹਰੇਕ ਮਹੀਨੇ ਜਾਣਾ, ਉਹ ਸਾਨੂੰ ਕਾਸਟ ਕਰਦਾ ਕਾਫੀ। ਗੱਡੀਆਂ ਚੱਲਦੀਆਂ ਤੇ ਬੰਦੇ ਜਾਂਦੇ ਆ।
ਤੋ ਇਸ ਕਰਕੇ ਅਸੀਂ ਕਹਿੰਦੇ ਕਿ ਪਹਿਲੇ ਸਾਲ ਤੂੰ 1-2 ਏਕੜ ਲਾ ਤਾਂ ਕਿ ਤੂੰ ਸਿੱਖ ਲੈ ਇੱਕ ਫਸਲ ਕਰਨੀ। ਇਹ ਫਸਲ ਸਿੱਖਣੀ ਪੈਂਦੀ ਹੈ, ਇਹ ਕਣਕ ਝੋਨੇ ਵਾਂਗ ਨਹੀਂ ਹੈ। ਤੇ ਇਹ ਸਿੱਖਣ ਵਾਸਤੇ ਉਹਨੂੰ 1-2 ਏਕੜ ਲਾਉਂਦੇ ਹਾਂ। ਤੇ ਪਹਿਲੇ ਸਾਲ ਅਸੀਂ ਇਹ ਸੋਚਦੇ ਹਾਂ ਕਿ ਜੇ ਉਹਨੂੰ ਲਗਭਗ 80,000 ਤੋਂ ਲੈ ਕੇ 1 ਲੱਖ ਤੱਕ ਵੀ ਪੈਸੇ ਬਣ ਗਏ ਤਾਂ ਬਹੁਤ ਵਧੀਆ। ਅਗਲੇ ਸਾਲ ਉਸੇ ਜ਼ਮੀਨ 'ਚੋਂ ਉਹਨਾਂ ਹੀ ਫਸਲਾਂ ਤੋਂ ਉਹ 1.5 ਲੱਖ ਬਣਾ ਸਕਦੇ। ਤਾਂ ਮਤਲਬ ਇਹ ਜਿਹੜੀ ਹੈ ਇੱਕ ਸਾਲ ਉਹਦਾ ਸਿੱਖਣ ਦਾ ਹੁੰਦਾ, ਉਸ ਤੋਂ ਬਾਅਦ ਫਿਰ ਉਹ ਕੰਟੀਨਿਊ ਕਰ ਸਕਦਾ। ਪਰ ਇਹ ਫਸਲ ਜਿਹੜੀ ਹੈ, ਸਾਡੀ ਫਸਲ ਜਿਹੜੀ ਇਹ ਫੁੱਲਾਂ ਦੀ ਫਸਲ ਹੈ, ਇਹ ਕੰਟੀਨਿਊਟੀ ਦੀ ਹੈ। ਇਹ ਨਹੀਂ ਹੈ ਕਿ ਤੁਸੀਂ 1 ਸਾਲ ਲਾਇਆ, ਤੁਹਾਤੋਂ ਘੱਟ ਹੋਇਆ, ਤੁਹਾਡੇ ਪੈਸੇ ਘੱਟ ਬਣੇ ਤੇ ਤੁਸੀਂ ਛੱਡਤਾ। ਉਸੇ ਫਸਲ ਨੂੰ ਜੇ ਤੁਸੀਂ ਅਗਲੇ ਸਾਲ ਲਾਓ, ਜਿਸ ਤਰ੍ਹਾਂ ਇਸ ਸਾਲ ਹੈ ਮੌਸਮ ਠੰਡਾ ਰਹਿ ਰਿਹਾ ਤੇ ਬੀਜ ਬਹੁਤ ਬਣ ਰਿਹਾ, ਇਸ ਸਾਲ ਜਿਹੜੀਆਂ ਅੱਛੀਆਂ ਹੋ ਜਾਣਗੀਆਂ ਫਸਲਾਂ ਦੀ ਕੀਮਤ, ਜੇ ਹੋ ਸਕਦਾ ਲੋਕ 1.5 ਲੱਖ ਤੋਂ ਵੀ ਉੱਤੇ ਜਾਣ। ਪਰ ਜੇ ਜਿਸ ਤਰ੍ਹਾਂ ਪਿਛਲੇ ਸਾਲ ਸੀ, ਗਰਮੀ ਜ਼ਿਆਦਾ ਪੈ ਗਈ ਸੀ, ਜੇ ਤੁਸੀਂ ਸੋਚੋ ਕਿ ਉਸ ਸਾਲ ਵੀ ਤੁਹਾਨੂੰ ਉਸ ਤਰ੍ਹਾਂ ਹੀ ਆ ਜਾਣਗੇ ਪੈਸੇ, ਉਹ ਕਈ ਵਾਰੀ ਨਹੀਂ ਆਉਂਦੇ। ਸੋ ਇਹ ਕੰਟੀਨਿਊਟੀ ਦੀ ਫਸਲ ਹੈ। ਘੱਟ ਤੋਂ ਘੱਟ ਵੀ 3 ਸਾਲ ਇਹਨੂੰ ਫਸਲ ਨੂੰ ਲਾਓ, ਫਿਰ ਤੁਸੀਂ ਕਦੇ ਛੱਡੋਗੇ ਨਹੀਂ। ਬਾਈ ਇੱਕ ਮੈਂ ਪੁੱਛਣਾ ਸੀ, ਤੁਹਾਨੂੰ ਭੁੱਲ ਗਿਆ ਇੱਕ ਕੁਐਸਚਨ, ਕਿਉਂਕਿ ਜੋ ਤੁਸੀਂ ਤੁਹਾਡੇ ਵਾਸਤੇ ਮੈਂ ਪੁੱਛਣਾ ਕਿ ਜਿਵੇਂ ਅੱਜ ਕੱਲ੍ਹ ਸੋਚ ਰਿਹਾ ਯੂਥ ਕਿ ਬਾਹਰ ਜਾਣਾ ਹੈ ਨਾ, ਚਾਹੇ ਕਿੰਨੇ ਮਰਜ਼ੀ ਘਰ ਉਹਨਾਂ ਦਾ ਬਿਜ਼ਨਸ ਵਧੀਆ ਹੋਵੇ, ਕਿੰਨਾ ਮਰਜ਼ੀ ਤਗੜਾ ਬਿਜ਼ਨਸ ਹੋਵੇ, ਪਰ ਜਿਹੜੀ ਜਨਰੇਸ਼ਨ ਗੈਪ ਹੈ ਇੱਕ, ਉਹ ਕਹਿੰਦੇ ਕਿ ਅਸੀਂ ਫਾਦਰ ਨਾਲ ਯਾਰ ਇੱਥੇ ਨਹੀਂ ਰਹਿਣਾ, ਅਸੀਂ ਆਪਣਾ ਬਾਹਰ ਆਪਦਾ ਜਿਹੜੀ ਪੜ੍ਹਾਈ ਕੀਤੀ ਅਸੀਂ ਉਹ ਕਰਨੀ ਹੈ ਕੰਪਲੀਟ। ਤੁਸੀਂ MBA ਕਰਕੇ ਤੁਸੀਂ ਦੁਬਾਰਾ ਇੱਥੇ ਪੰਜਾਬ 'ਚ ਆ ਕੇ ਕਰ ਰਹੇ ਹੋ, ਇੱਕ ਇੰਸਪਾਇਰੇਸ਼ਨ ਵੀ ਹੈ ਦੂਜਿਆਂ ਦੇ ਲਈ, ਔਰ ਕੀ ਸੋਚ ਸੀ ਇਸ ਪਿੱਛੇ? ਇੱਕ ਲਗਾਵ ਸੀਗਾ ਜੀ ਆਪਣੇ ਕੰਮ ਨਾਲ ਹਮੇਸ਼ਾ ਤੋਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਿ ਫੈਮਿਲੀ 'ਚ ਜਦ ਅਸੀਂ ਬਹਿੰਦੇ ਸੀ ਗੱਲ ਕਰਦੇ ਸੀ। ਪਲੱਸ ਇੱਕ ਇਹ ਵੀ ਬਹੁਤ ਮੇਜਰ ਚੀਜ਼ ਹੈ, ਜਿਵੇਂ ਅਸੀਂ ਪੜ੍ਹੇ ਹਾਂ ਨਾ, ਅਸੀਂ ਹਰ ਇੱਕ ਵਾਰ ਇਹ ਚੀਜ਼ ਪੜ੍ਹੀ ਹੈ ਵੀ ਕਿ ਐਗਰੀਕਲਚਰ ਇਨਕਮ, ਲੋਕ ਜਿਹੜੇ ਵੱਡੀਆਂ ਏਅਰਟੈਲ ਵਰਗੀਆਂ ਹੋ ਗਈਆਂ, ਅਦਾਨੀ ਹੋ ਗਏ, ਸਾਰੇ ਤਾਂ ਦੇਖੋ ਐਗਰੀਕਲਚਰ ਵੱਲ ਨੂੰ ਭੱਜੇ ਆ ਰਹੇ ਆ। ਜਿਹੜੇ ਐਗਰੀਕਲਚਰ ਕਰ ਰਹੇ ਹੋ ਆਪਣੇ ਕੰਮ ਨੂੰ ਛੱਡੀ ਜਾ ਰਹੇ ਆ। ਹੁਣ ਤਾਂ ਉਹ ਕੈਲਕੂਲੇਸ਼ਨ ਵਾਲੀ ਗੱਲ ਹੈ। ਆਪਾਂ ਇਹਨੂੰ ਬਸ ਇੱਦਾਂ ਨਹੀਂ ਕਰ ਸਕਦੇ ਕਿ ਲਾ ਲਿਆ ਤੇ ਵੱਢ ਲਿਆ। ਆਪਾਂ ਨੂੰ ਅਸੀਂ ਤਾਂ ਮੈਂ ਕੱਲੀ ਚੀਜ਼ ਦੀ ਕੈਲਕੂਲੇਸ਼ਨ ਰੱਖਦੇ ਹਾਂ। ਅਸੀਂ ਇਹ ਵੀ ਕੈਲਕੂਲੇਟ ਕਰਕੇ ਚੱਲਦੇ ਹਾਂ ਵੀ ਕਿ ਜੇ ਅਸੀਂ ਲੇਬਰ ਲਈ ਚਾਹ ਜਿੰਨੀ ਵਾਰ ਵੀ ਬਣਦੀ ਹੈ ਤਾਂ ਅਸੀਂ ਰਾਸ਼ਨ ਕਿਹੜੇ ਪਾਸਿਓਂ ਲੈ ਕੇ ਆ ਰਹੇ ਹਾਂ ਕਿ ਉਹ ਫਿਜ਼ੀਬਲ ਹੋਵੇ ਸਾਨੂੰ, ਹੈ ਨਾ ਜੀ। ਫਿਰ ਜਿਹੜੀ ਅਸੀਂ ਦਵਾਈਆਂ ਪਰਚੇਜ਼ ਕਰ ਰਹੇ ਹਾਂ ਸਪਰੇ ਲਈ, ਅਸੀਂ ਬਲਕ 'ਚ ਕਰ ਰਹੇ ਹਾਂ ਤਾਂ ਕਿ ਉਹ ਸਾਨੂੰ ਸਸਤੀਆਂ ਪੈਣ ਤੇ ਪਲੱਸ ਸਾਨੂੰ ਐਕਚੁਅਲ ਚੀਜ਼ਾਂ ਮਿਲਣ, ਸਹੀ ਚੀਜ਼ ਮਿਲੇ ਸਾਨੂੰ, ਪਾਇਰੇਟਡ ਚੀਜ਼ਾਂ ਨਹੀਂ ਚਾਹੀਦੀਆਂ। ਮਤਲਬ ਅਸੀਂ ਹਰ ਇੱਕ ਚੀਜ਼ ਨੂੰ ਕੈਲਕੂਲੇਟ ਕਰ ਰਹੇ ਹਾਂ, ਕਾਸਟ ਕੰਟਰੋਲ ਕਰ ਰਹੇ ਹਾਂ, ਤਾਂ ਹੀ ਮੇਰੇ ਖਿਆਲ ਨਾਲ ਅਸੀਂ ਸਸਟੇਨ ਕਰ ਪਾ ਰਹੇ ਹਾਂ ਇਸ ਚੀਜ਼। ਇੱਕ ਇਹਦੇ 'ਚ ਨਾ ਜੀ ਹੋਰ ਮੈਂ ਚੀਜ਼ ਜਿਹੜੀ ਤੁਹਾਨੂੰ ਦੱਸਣੀ ਚਾਹੁੰਦਾ ਕਿ ਇਹ ਜਿਹੜਾ ਕੰਮ ਹੈ ਨਾ ਜੀ, ਅਸੀਂ ਇਹ ਮੇਰੇ 2 ਬੇਟੇ ਕਰ ਰਹੇ ਹੈ। ਇੱਕ ਇਹ ਹੈ, ਇਹ ਛੋਟਾ ਹੈ। ਇਸ ਤੋਂ ਵੱਡਾ ਜਿਹੜਾ ਸੀ ਉਹ ਅਮਰੀਕਾ 'ਚ ਪੜ੍ਹਿਆ, ਉੱਥੇ ਉਹਨੇ ਜੋਬ ਵੀ ਕਰੀ, ਉਸ ਤੋਂ ਬਾਅਦ ਉਹ ਇੰਡੀਆ ਆ ਗਿਆ, IBM ਵਗੈਰਾ ਵੀ ਚਲਾ ਗਿਆ, ਫਿਰ ਅਮਰੀਕਾ ਵੀ ਚਲਾ ਗਿਆ। ਉਹ ਵੀ ਹੁਣ ਸਾਡੇ ਨਾਲ ਹੈ। ਲੋਕ ਇੱਥੋਂ ਬਾਹਰ ਜਾ ਰਹੇ ਹੈ ਤੇ ਮੈਂ ਤੇ ਮੇਰੀ ਵਾਈਫ ਅਸੀਂ ਇਮੀਗ੍ਰੈਂਟ ਆ USA, ਪਰ ਅਸੀਂ ਉੱਥੇ ਰਹੇ ਨਹੀਂ। ਇੱਥੇ ਮੈਂ ਸਮਝਦਾ ਕਿ ਇੱਕ ਕੰਮ ਕਰ ਰਹੇ ਜਿਹਦੇ ਨਾਲ ਆਪਣੇ ਲਈ ਨਹੀਂ ਅਸੀਂ ਇਕੱਲਾ ਕਮਾਈ ਕਰ ਰਹੇ, ਸਾਡੇ ਨਾਲ ਹੁਣ 45-46 ਬੰਦੇ ਲੱਗੇ ਆ, ਇਹ ਸਾਡੇ ਨਾਲ ਕਿਸਾਨ ਜੁੜੇ ਹੋਏ ਆ ਜਿਹੜੇ ਖੁਸ਼ਹਾਲ ਹੋ ਰਹੇ ਆ, ਜਿਨ੍ਹਾਂ ਨੂੰ ਇੱਕ ਅੱਛਾ ਕੰਮ ਮਿਲ ਰਿਹਾ, ਜਿਹੜਾ ਕਿ ਇੱਕ ਡਾਈਵਰਸੀਫਿਕੇਸ਼ਨ, ਜਿਹਨੂੰ ਕਿ ਐਕਚੁਅਲ ਡਾਈਵਰਸੀਫਿਕੇਸ਼ਨ ਹੈ, ਕਣਕ ਨੂੰ ਚੇਂਜ ਕਰਕੇ ਅੱਛੇ ਪੈਸੇ ਬਣਾਉਣਾ, ਉਹ ਡਾਈਵਰਸੀਫਿਕੇਸ਼ਨ ਹੈ, ਉਹ ਕਰ ਰਹੇ ਆ। ਤੇ ਉਹ ਬੇਟਾ ਜਿਹੜਾ ਮੇਰਾ ਉਹ USA ਤੋਂ ਵਾਪਸ ਆ ਗਿਆ ਇੱਥੇ, ਤੇ ਉਹ ਹੁਣ ਸਾਡੇ ਕੋਲ ਇੱਥੇ ਸਾਡੇ ਨਾਲ ਹੈ। ਉਹ ਵੀ ਸਾਡਾ ਇਹ ਕੰਮ ਨੂੰ ਸੰਭਾਲਦਾ। ਇਹ ਹੁਣ MBA ਕਰਕੇ ਜਾਂ ਜੋ ਵੀ ਇਹਨੇ ਹੋਰ ਸਾਰਾ ਕੁਝ ਇੰਨਾ ਐਕਸਪੀਰੀਅੰਸ ਕੀਤਾ, ਇਹਨੇ ਇਕੱਲੇ ਨੇ ਇੱਥੇ ਹੀ ਕੰਮ ਕਰ ਰਿਹਾ। ਹਾਂਜੀ, ਉਹ ਮਤਲਬ ਜ਼ਰੂਰਤ ਨਹੀਂ ਹੈ ਹੁਣ ਇਹ ਸੋਚਣ ਦੀ, ਜ਼ਰੂਰਤ ਨਹੀਂ ਇਹਨਾਂ ਨੂੰ ਜਾਂ ਸਾਨੂੰ ਕਿ ਅਸੀਂ ਇੱਥੋਂ ਛੱਡ ਕੇ ਚਲੇ ਜਾਈਏ। ਤੇ ਕਿਉਂਕਿ ਇੱਕ ਤੁਹਾਨੂੰ ਸੈਟਿਸਫੈਕਸ਼ਨ ਕੰਮ 'ਚ ਹੋਣੀ ਚਾਹੀਦੀ ਹੈ। ਉਹ ਜਿਹੜੀ ਸੈਟਿਸਫੈਕਸ਼ਨ ਇਸ ਤਰ੍ਹਾਂ ਹੁੰਦੀ ਹੈ, ਸਾਨੂੰ ਇੰਡੀਆ ਦੇ ਸਾਰੇ ਅਵਾਰਡ ਜਿੰਨੇ ਹੋ ਸਕਦੇ ਸੀ ਐਗਰੀਕਲਚਰ, ਉਹ ਸਾਰੇ ਮਿਲੇ ਹੋਏ ਆ। ਬਿਕੋਜ਼ ਪਰਿਵਾਰ ਇਕੱਠੇ ਰਹਿੰਦਾ, ਬਿਕੋਜ਼ ਉਹਦੇ ਨਾਲ ਇਹ ਕਾਰਨ ਇਹ ਹੋਇਆ ਕਿ ਅਸੀਂ ਕੰਮ ਇਹੋ ਜਿਹਾ ਕਰ ਰਹੇ ਹਾਂ ਜਿਹਦੇ ਨਾਲ ਲੇਬਰ ਨੂੰ ਵੀ ਖੁਸ਼ਹਾਲੀ ਹੋ ਰਹੀ ਹੈ, ਸਾਡੇ ਇੰਪਲੋਈਜ਼ ਨੂੰ ਵੀ ਖੁਸ਼ਹਾਲੀ ਹੋ ਰਹੀ ਹੈ, ਤੇ ਸਾਡੇ ਕਿਸਾਨ ਵੀ ਖੁਸ਼ਹਾਲ ਹੋ ਰਹੇ ਆ। ਆਪਣੇ ਜਿਹੜਾ ਸਟਾਫ ਸਾਡੇ ਕੋਲ ਲੱਗਿਆ ਹੋਇਆ, ਉਹਨਾਂ ਦੇ ਗਰਲ ਚਾਈਲਡ ਨੂੰ, ਕੁੜੀਆਂ ਨੂੰ ਅਸੀਂ ਪੜ੍ਹਾਉਂਦੇ ਹਾਂ, ਸਰਕਾਰੀ ਸਕੂਲ ਤੋਂ ਕੱਢ ਕੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੇ ਹਾਂ। ਉਹਨਾਂ ਨੂੰ ਮਤਲਬ ਉਹ ਸਾਡੇ ਬੱਚੇ ਆ, ਉਹਨਾਂ ਨੂੰ ਜਿੱਥੇ ਵੀ ਉਹ ਪੜ੍ਹ ਸਕਦੇ, ਜਿੱਥੇ ਤੱਕ ਪੜ੍ਹ ਸਕਦੇ ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਟਲੀਸਟ +2 ਤੱਕ ਤਾਂ ਜ਼ਰੂਰ। ਮਤਲਬ ਉਹਨਾਂ ਨੂੰ ਇੱਕ ਇਹ ਵੀ ਲੱਗਦਾ ਕਿ ਹੁਣ ਸਾਡੀ ਕੁੜੀਆਂ ਦੀ ਜ਼ਿੰਮੇਵਾਰੀ ਵੀ ਇਹਨਾਂ ਨੇ ਕੰਪਨੀ ਨੇ ਲੈ ਲਈ। ਸਾਰੇ ਇੰਪਲੋਈਜ਼ ਦੀ EPF ਹੈ, ਸਾਰੇ ਇੰਪਲੋਈਜ਼ ਦਾ ESI ਹੈ। ਮਤਲਬ ਇੱਕ ਇਸ ਤਰ੍ਹਾਂ ਦਾ ਐਟਮੋਸਫੀਅਰ ਹੈ ਜਿੱਥੇ ਕੰਮ ਕਰਨਾ ਬਹੁਤ ਸੌਖਾ ਲੱਗਦਾ। ਕੰਮ ਕਰਨ ਵਾਸਤੇ
ਏਸੀ ਐਟਮੋਸਫੀਅਰ ਦੇ ਵਿੱਚ ਹਰੇਕ ਬੰਦਾ ਬੈਠ ਕੇ ਕੰਮ ਕਰ ਰਿਹਾ, ਮੈਨੂੰ ਉਹ ਅੱਛਾ ਲੱਗਦਾ, ਤੁਹਾਨੂੰ ਵਰਕ ਸੈਟੀਸਫੈਕਸ਼ਨ ਹੈ। ਤੋ ਇਸ ਕਰਕੇ ਤੁਹਾਨੂੰ ਫਿਰ ਲੋੜ ਹੀ ਨਹੀਂ ਸਮਝ ਆਉਂਦੀ ਕਿ ਤੁਸੀਂ ਕਿਤੇ ਹੋਰ ਚਲੇ ਜਾਓ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਵੀਰੇ। ਤਾਂ ਤੁਸੀਂ ਸੁਣੀ ਸਾਰੀ ਗੱਲ, ਕਿਉਂਕਿ ਫਾਰਮਿੰਗ ਜਿਹੜੀ ਹੈ ਫੁੱਲਾਂ ਦੀ ਜਿਹੜੀ ਖੇਤੀ ਕਰ ਰਹੇ ਨੇ ਡਾਕਟਰ ਸਾਹਿਬ ਔਰ ਉਹਨਾਂ ਦੇ ਨਾਲ ਬੇਟੇ ਜੋ ਕਿ ਅਮਰੀਕਾ ਤੋਂ ਵਾਪਸ ਇੱਥੇ ਆਏ ਨੇ, ਮਾਈਗ੍ਰੈਂਟ ਹੋਏ ਨੇ। ਕਿਉਂਕਿ ਜਿਵੇਂ ਆਪਾਂ ਗੱਲ ਕਰਦੇ ਹਾਂ ਰਿਵਰਸ ਮਾਈਗ੍ਰੇਸ਼ਨ ਦੀ, ਤਾਂ ਰਿਵਰਸ ਮਾਈਗ੍ਰੇਸ਼ਨ ਉਦੋਂ ਹੀ ਹੋ ਸਕਦੀ ਹੈ ਜਦੋਂ ਸਾਰਾ ਪਰਿਵਾਰ ਇਕੱਠਾ ਹੋਊਗਾ, ਇੱਕ ਥਾਂ ਤੇ ਰਹਿਣਾ ਪਸੰਦ ਕਰੂਗਾ। ਔਰ ਜਦੋਂ ਅਜਿਹੇ ਜਿਹੜੇ ਫਾਰਮਿੰਗ ਤੁਹਾਨੂੰ ਦਿਖਾਈ ਆ ਫੁੱਲਾਂ ਦੀ ਖੇਤੀ ਜਾਂ ਕੋਈ ਹੋਰ ਆਲਟਰਨੇਟ ਜਦੋਂ ਤੁਸੀਂ ਅਪਣਾਓਗੇ ਜ਼ਿੰਦਗੀ ਦੇ ਵਿੱਚ, ਕਣਕ ਝੋਨੇ ਚੋਂ ਬਾਹਰ ਨਿਕਲੋਗੇ, ਤਾਂ ਉਸ ਤੋਂ ਬਾਅਦ ਜਿਹੜਾ ਹੋਰ ਗੱਲਾਂ ਵੀ ਤੁਸੀਂ ਸੋਚੋਗੇ। ਤਾਂ ਇਹ ਵੀਡੀਓ ਦੇਖ ਕੇ ਤੁਸੀਂ ਜਾਣ ਚੁੱਕੇ ਹੋਵੋਗੇ ਕਿ ਫੁੱਲਾਂ ਦੀ ਖੇਤੀ ਤੋਂ ਕਿੰਨਾ ਕੁਝ ਬਣਾਇਆ ਜਾ ਸਕਦਾ ਹੈ, ਕਿੰਨੀ ਲੇਬਰ ਨੂੰ ਲੈ ਕੇ ਕੰਮ ਸ਼ੁਰੂ ਕੀਤਾ ਜਾ ਸਕਦਾ, ਔਰ ਉਸ ਤੋਂ ਬਾਅਦ ਕਿੰਨੀ ਲੇਬਰ ਨੂੰ ਕੰਮ ਇਹ ਦਿੱਤਾ ਜਾ ਸਕਦਾ ਹੈ। ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਮਨਦੀਪ ਜੋਤ, ਪ੍ਰੋ ਪੰਜਾਬ ਟੀਵੀ।